ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਵਾਰ ਅਸੀਂ ਹਾਜ਼ਰ ਹੁੰਦੇ ਹਾਂ ਸੋਮਵਾਰ ਨੂੰ ਟੋਰਾਂਟੋ ਸਮੇਂ ਦੇ ਮੁਤਾਬਿਕ 2 ਵਜੇ ਤੋਂ ਲੈ ਕੇ 2:30 ਵਜੇ ਤੱਕ। ਤੋਂ ਅੱਜ ਅਸੀਂ ਫਿਰ ਹਾਜ਼ਰ ਹੈਗੇ ਹਾਂ। ਸੋ ਪੂਰਾ ਹਫਤਾ ਸਾਨੂੰ ਦਰਸ਼ਕ ਹਮੇਸ਼ਾ ਟੈਕਸਟ ਕਰਦੇ ਰਹਿੰਦੇ ਨੇ, ਸਾਨੂੰ ਕਾਲਸ ਕਰਦੇ ਰਹਿੰਦੇ ਨੇ ਕਿ ਇਮੀਗ੍ਰੇਸ਼ਨ ਸੰਬੰਧੀ ਕੀ ਨਵੀਆਂ ਅਪਡੇਸ਼ਨਸ ਆਈਆਂ ਨੇ, ਸਾਨੂੰ ਜਾਣਕਾਰੀ ਦਿਓ। ਅਲੱਗ-ਅਲੱਗ ਪ੍ਰੋਸੈਸ ਦੇ ਬਾਰੇ ਵਿੱਚ ਸਾਡੇ ਤੋਂ ਗਾਈਡਲਾਈਨਸ ਲੈਣਾ ਚਾਹੁੰਦੇ ਨੇ। ਸੋ ਇਹ ਸਮਾਂ ਜਿਹੜਾ ਬਿਲਕੁਲ ਸਹੀ ਹੈ ਕਿਉਂਕਿ ਲਾਈਵ ਇਸ ਵਕਤ ਅਸੀਂ ਹੈਗੇ ਹਾਂ ਟੋਰਾਂਟੋ ਦੇ ਮੁਤਾਬਿਕ 2 ਵੱਜ ਚੁੱਕੇ ਨੇ। ਤੇ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਸੀਂ ਫੇਸਬੁੱਕ ਦੇ ਉੱਤੇ ਕਮੈਂਟ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕਿ ਨੀਚੇ ਨੰਬਰਸ ਪ੍ਰੋਵਾਈਡ ਕੀਤੇ ਹੋਏ ਨੇ। ਇਹਨਾਂ ਨੰਬਰਸ ਤੇ ਕਾਲ ਕਰਕੇ ਤੁਸੀਂ ਜੋ ਵੀ ਆਪਣੀ ਇਮੀਗ੍ਰੇਸ਼ਨ ਪ੍ਰੋਸੈਸ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਇਹਨਾਂ ਨੰਬਰਸ ਤੇ ਕਾਲ ਕਰਕੇ ਲੈ ਸਕਦੇ ਹੋ। ਕਿਉਂਕਿ ਸਟੂਡੀਓ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਮੈਕਸ ਲਾਈਫ ਇਮੀਗ੍ਰੇਸ਼ਨ ਤੋਂ ਬਬਲਦੀਪ ਜੀ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ 'ਚ। ਸਤਿ ਸ਼੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਬਲ, ਜਿਵੇਂ ਕਿ ਹਰ ਵਾਰੀ ਸਾਨੂੰ ਦਰਸ਼ਕ ਅਲੱਗ-ਅਲੱਗ ਕਾਲਸ ਕਰਦੇ ਰਹਿੰਦੇ ਨੇ, ਅਲੱਗ-ਅਲੱਗ ਪ੍ਰੋਸੈਸ ਦੇ ਬਾਰੇ ਅਸੀਂ ਬਾਤ ਕਰਦੇ ਰਹਿੰਦੇ ਹਾਂ ਇਮੀਗ੍ਰੇਸ਼ਨ ਸੰਬੰਧੀ ਕੀ ਨਵਾਂ ਆਇਆ। ਤੇ ਅੱਜ ਦੀ ਗੱਲ ਕਰੀਏ, ਅੱਜ ਦਾ ਖਾਸ ਤੌਰ ਤੇ ਜਿਹੜਾ ਸਾਡਾ ਅੱਜ ਦਾ ਐਪੀਸੋਡ ਹੈ ਉਹ ਹੈ ਕੇਅਰ ਗਿਵਰ ਪ੍ਰੋਗਰਾਮ ਨੂੰ ਲੈ ਕੇ। ਕਿਉਂਕਿ ਬਬਲਦੀਪ ਨਾਲ ਅਸੀਂ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਕੇਅਰ ਗਿਵਰ ਯਾਨੀ ਕਿ ਜਿਹਨੂੰ ਨੈਨੀ ਪ੍ਰੋਗਰਾਮ ਵੀ ਕਿਹਾ ਜਾਂਦਾ, ਉਹਦੇ ਵਿੱਚ ਕੁਝ ਚੇਂਜਸ ਜਿਹੜੀਆਂ ਨੇ ਉਹ ਦੇਖਣ ਨੂੰ ਮਿਲੀਆਂ ਨੇ। ਸੋ ਕੀ ਉਹ ਚੇਂਜਸ ਹੈਗੀਆਂ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ। ਤੇ ਜੇਕਰ ਤੁਹਾਡਾ ਵੀ ਕੋਈ ਰਿਸ਼ਤੇਦਾਰ ਕੇਅਰ ਗਿਵਰ ਪ੍ਰੋਗਰਾਮ ਦੇ ਅੰਦਰ ਇੱਥੇ ਪਹੁੰਚਣ ਵਾਲਾ ਹੈ ਜਾਂ ਫਿਰ ਉਹਨਾਂ ਨੇ ਪ੍ਰੋਸੈਸ ਲਗਾਉਣਾ ਜਾਂ ਫਿਰ ਪ੍ਰੋਸੈਸ ਲੱਗਿਆ ਹੋਇਆ ਹੈ, ਸੋ ਉਹਨਾਂ ਦਾ ਕੀ ਬਣੇਗਾ ਇਹਨਾਂ ਚੇਂਜਸ ਨਾਲ, ਉਹਨਾਂ ਦੇ ਪ੍ਰੋਸੈਸ ਦੇ ਉੱਤੇ ਕੋਈ ਇਫੈਕਟ ਪਏਗਾ ਜਾਂ ਨਹੀਂ ਪਏਗਾ, ਤੁਸੀਂ ਕਾਲ ਕਰਕੇ ਸਾਨੂੰ ਪੁੱਛ ਸਕਦੇ ਹੋ। ਜਿਹੜੀਆਂ ਤੁਸੀਂ ਚੇਂਜਸ ਦੀ ਗੱਲ ਕਰ ਰਹੇ ਸੀ, ਪਹਿਲਾਂ ਤਾਂ ਇਹ ਦੱਸੋ ਕਿ ਨੈਨੀ ਜਾਂ ਫਿਰ ਕੇਅਰ ਗਿਵਰ ਪ੍ਰੋਗਰਾਮ ਕੀ ਹੈ? ਡਿਫਰੈਂਟ ਪ੍ਰੋਗਰਾਮ ਨੇ ਜਾਂ ਸੇਮ ਹੀ ਨੇ? ਇਹ ਦੋਨੇ ਸੇਮ ਹੀ ਪ੍ਰੋਗਰਾਮ ਨੇ। ਤੇ ਜਿਵੇਂ ਕਿ ਆਪਾਂ ਚੇਂਜਸ ਦੀ ਗੱਲ ਕरें, ਮੋਸਟਲੀ ਜਿਹੜੀਆਂ ਚੇਂਜਸ ਸੀਗੀਆਂ ਐਕਸਪੈਕਟਡ ਸੀਗੀਆਂ ਕਿ ਨਵੰਬਰ ਦੇ ਮੰਥ 'ਚ ਆਉਣਗੇ। ਬਿਕੋਜ਼ ਜਿਹੜਾ ਪ੍ਰੈਜ਼ੈਂਟ ਪ੍ਰੋਗਰਾਮ ਚੱਲ ਰਿਹਾ ਇਹਨੇ ਨਵੰਬਰ ਦੇ ਮੰਥ ਦੇ ਵਿੱਚ ਕੰਪਲੀਟ ਹੋਣਾ ਸੀਗਾ। ਸੋ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਜਦੋਂ ਉਹ ਪ੍ਰੋਗਰਾਮ ਟਰਮੀਨੇਟ ਹੋਏਗਾ ਤੇ ਉਹਨੂੰ ਇਹ ਰਿਪਲੇਸ ਕਰੇਗਾ ਪ੍ਰੋਗਰਾਮ। ਬਟ 15th ਆਫ ਜੂਨ ਨੂੰ ਜਿਹੜੀ ਅਨਾਉਂਸਮੈਂਟ ਹੋਈ ਹੈ ਕਿ ਜਿਹੜਾ ਨਵਾਂ ਪ੍ਰੋਗਰਾਮ ਹੈਗਾ, 2 ਪਾਇਲਟ ਪ੍ਰੋਜੈਕਟ ਐਕਚੁਅਲੀ ਲਾਂਚ ਕੀਤੇ ਗਏ ਨੇ। ਇਹ 18 ਜੂਨ ਤੋਂ ਪ੍ਰੋਪਰਲੀ ਲਾਂਚ ਹੋਣਗੇ। ਸੋ ਮੀਨਸ ਕੱਲ ਤੋਂ ਲਾਂਚ ਹੋਣਗੇ। ਜਿਹੜੇ ਇਹ 2 ਪ੍ਰੋਗਰਾਮ ਹੈਗੇ ਨੇ ਪ੍ਰੈਜ਼ੈਂਟ ਪ੍ਰੋਗਰਾਮਸ ਨੂੰ ਰਿਪਲੇਸ ਕਰ ਰਹੇ ਨੇ। ਤੇ ਇਹਨਾਂ ਦਾ ਜਿਹੜਾ ਨਾਮ ਹੈਗਾ ਉਹ ਹੈਗਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਐਂਡ ਹੋਮ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ। ਸੋ ਇਹ ਪ੍ਰੈਜ਼ੈਂਟਲੀ ਪ੍ਰੋਗਰਾਮ ਨੂੰ ਰਿਪਲੇਸ ਕਰ ਰਹੇ ਨੇ। ਇਹ 'ਚ ਕਾਫੀ ਪੋਜ਼ਿਟਿਵ ਚੇਂਜਸ ਹੈਗੀਆਂ ਨੇ ਜਿਹੜੀਆਂ ਕਿ ਆਪਾਂ ਕਾਫੀ ਟਾਈਮ ਤੋਂ ਐਕਸਪੈਕਟ ਕਰ ਰਹੇ ਸੀਗੇ ਕਿ ਪ੍ਰੈਜ਼ੈਂਟ ਪ੍ਰੋਗਰਾਮ ਦੇ ਵਿੱਚ ਹੋਣੀਆਂ ਚਾਹੀਦੀਆਂ ਸੀਗੀਆਂ ਤੇ ਜਿਹਦੇ ਕਰਕੇ ਇਸ ਪ੍ਰੋਗਰਾਮ ਨੂੰ ਥੋੜਾ ਜਲਦੀ ਲਾਂਚ ਕੀਤਾ ਗਿਆ ਆ। ਤੇ ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ ਕਿ ਦੋਨੇ ਅਗਰ ਨੈਨੀ ਹੋ ਗਿਆ ਜਾਂ ਕੇਅਰ ਗਿਵਰ ਹੋ ਗਿਆ, ਇਹ ਸੇਮ ਹੈਗੇ ਨੇ। ਡੈਫੀਨਿਟਲੀ ਇਹ ਸੇਮ ਹੀ ਪ੍ਰੋਗਰਾਮ ਹੈਗੇ ਨੇ, ਜਸਟ ਉਹਨਾਂ ਦਾ ਜਿਹੜਾ ਨੇਮ ਹੈਗਾ ਉਹ ਡਿਫਰੈਂਟ ਹੈਗਾ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਚੇਂਜਸ ਹੋਣ ਜਾ ਰਹੇ ਨੇ, ਕੀ ਇਹ ਚੇਂਜਸ ਜਿਨ੍ਹਾਂ ਨੇ ਪ੍ਰੋਸੈਸ ਲਗਾਉਣਾ ਆ ਉਹਨਾਂ ਲਈ ਥੋੜਾ ਈਜ਼ੀ ਹੋ ਜਾਊਗਾ ਜਾਂ ਜਿਨ੍ਹਾਂ ਨੇ ਪ੍ਰੋਸੈਸ ਲਗਾ ਲਿਆ ਉਹਨਾਂ ਲਈ ਜ਼ਿਆਦਾ ਈਜ਼ੀ ਹੋਏਗਾ? ਆਈ ਥਿੰਕ ਜਿਨ੍ਹਾਂ ਨੇ ਅੱਗੇ ਪ੍ਰੋਸੈਸ ਸਟਾਰਟ ਕਰਨਾ ਆ ਉਹਨਾਂ ਦੇ ਲਈ ਈਜ਼ੀ ਹੋਏਗਾ। ਸੋ ਇਹ 3 ਚੀਜ਼ਾਂ ਨੇ। ਇੱਕ ਜਿਨ੍ਹਾਂ ਨੇ ਹਜੇ ਪ੍ਰੋਸੈਸ ਸਟਾਰਟ ਕਰਨਾ, ਇੱਕ ਜਿਹੜੇ ਆਲਰੇਡੀ ਸਟਾਰਟ ਕਰ ਚੁੱਕੇ ਨੇ ਤੇ ਜਿਨ੍ਹਾਂ ਦੀ ਐਪਲੀਕੇਸ਼ਨ ਹਜੇ ਲੱਗਣੀ ਹੈਗੀ ਆ। ਲਾਈਕ ਹਾਫ ਪੁਰਾਣੇ ਪ੍ਰੋਗਰਾਮ 'ਚ ਹੋ ਚੁੱਕਿਆ ਤੇ ਹਾਫ ਅੱਗੇ ਲੱਗਣੀ ਆ। ਸੋ ਜਿਨ੍ਹਾਂ ਨੇ ਤਾਂ ਪ੍ਰੋਸੈਸ ਸਟਾਰਟ ਕਰ ਚੁੱਕੇ ਆ, ਲਾਈਕ ਜਿਨ੍ਹਾਂ ਦੀ ਐਪਲੀਕੇਸ਼ਨ ਵਰਕ ਪਰਮਿਟ ਦੀ ਐਪਲੀਕੇਸ਼ਨ ਇਨ ਪ੍ਰੋਸੈਸ ਹੈਗੀ ਆ, ਉਹਨਾਂ ਨੂੰ ਪੁਰਾਣੇ ਪ੍ਰੋਗਰਾਮ ਦੇ ਵਿੱਚ ਹੀ ਅਸੈਸ ਕੀਤਾ ਜਾਏਗਾ। ਤੇ ਜਿਨ੍ਹਾਂ ਦੀ ਸਪੋਜ਼ ਹਾਫ LMI ਦੀ ਐਪਲੀਕੇਸ਼ਨ ਅਪਰੂਵ ਹੋ ਚੁੱਕੀ ਹੈ ਤੇ ਅੱਗੇ ਉਹਨਾਂ ਨੇ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾਉਣੀ ਆ ਤੇ ਉਹਨਾਂ ਕੋਲ ਆਪਸ਼ਨ ਹੈਗੀ ਆ ਕਿ ਜਿਹੜਾ ਨਵਾਂ ਪ੍ਰੋਗਰਾਮ ਲਾਂਚ ਹੋ ਰਿਹਾ ਹੈ ਕੱਲ ਤੋਂ, ਉਹਦੇ ਵਿੱਚ ਆਪਣੀ ਐਪਲੀਕੇਸ਼ਨ ਲਗਾ ਸਕਦੇ ਨੇ। ਸੋ ਸੈਕੰਡ ਜਿਨ੍ਹਾਂ ਨੇ ਹਜੇ ਆਪਣੀ ਐਪਲੀਕੇਸ਼ਨ ਲਗਾਉਣੀ ਹੈ ਤਾਂ ਡੈਫੀਨਿਟਲੀ ਉਹਨਾਂ ਦਾ ਸਾਰਾ ਹੀ ਪ੍ਰੋਸੈਸ ਜਿਹੜਾ ਹੋਏਗਾ ਉਹ ਨਵੇਂ ਰੂਲਸ ਦੇ ਅੰਡਰ ਹੋਏਗਾ। ਸੋ ਇਹ ਡਿਪੈਂਡ ਕਰਦਾ ਕਿ ਤੁਹਾਡੀ ਐਪਲੀਕੇਸ਼ਨ ਕਿਸ ਸਟੇਜ ਤੇ ਹੈਗੀ ਤੇ ਅਕੋਰਡਿੰਗਲੀ ਉਹਨਾਂ ਦੀ ਐਪਲੀਕੇਸ਼ਨ ਅੱਗੇ ਪ੍ਰੋਸੈਸ ਕੀਤੀ ਜਾਏਗੀ। ਜੀ, ਨਵੇਂ ਜਿਵੇਂ ਤੁਸੀਂ ਚੇਂਜਸ ਦੀ ਗੱਲ ਕਰ ਰਹੇ ਹੋ, ਕੀ ਇਹ ਨਵੇਂ ਚੇਂਜਸ ਹੈਗੇ ਨੇ? ਕੀ ਇਹਨਾਂ ਨਾਲ ਕੋਈ ਬੈਨੀਫਿਟ ਵੀ ਹੋਏਗਾ ਜਾਂ ਫਿਰ ਲਾਅ ਨੂੰ ਥੋੜਾ ਜਿਹਾ ਜ਼ਿਆਦਾ ਸਟਰੋਂਗ ਕੀਤਾ ਗਿਆ? ਆਪਾਂ ਪਹਿਲਾਂ ਥੋੜੇ ਜਿਹੜੇ ਬੈਨੀਫਿਟਸ ਹੈਗੇ ਨੇ ਉਹ ਡਿਸਕਸ ਕਰਾਂਗੇ। ਜਿਵੇਂ ਕਿ ਆਪਾਂ ਨਵੇਂ ਪ੍ਰੋਗਰਾਮ 'ਚ ਪੁਰਾਣੇ ਪ੍ਰੋਗਰਾਮ 'ਚ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਦੇ ਸਪਾਊਸਸ ਹੁੰਦੇ ਨੇ ਜਾਂ ਬੱਚੇ ਹੁੰਦੇ ਨੇ ਉਹ ਨਾਲ ਅਕੰਪਨੀ ਨਹੀਂ ਕਰ ਸਕਦੇ ਹੈਗੇ। ਤੇ ਮੋਸਟ ਆਫ ਦਾ ਕੇਸਿਸ 'ਚ ਇਹ ਦੇਖਿਆ ਸੀਗਾ ਕਿ ਜਦੋਂ ਉਹਨਾਂ ਦਾ ਵਿਜ਼ਟਰ ਵੀਜ਼ਾ ਵੀ ਟਰਾਈ ਕੀਤਾ ਜਾਂਦਾ ਤੇ ਉਹਨਾਂ ਦਾ ਵਿਜ਼ਟਰ ਵੀਜ਼ਾ ਵੀ ਜਿਹੜਾ ਹੈਗਾ ਅੱਗੇ ਰਿਫਿਊਜ਼ ਹੋ ਜਾਂਦੇ ਸੀਗੇ ਕਿਉਂਕਿ ਜਿਹੜੇ ਕੇਅਰ ਗਿਵਰਸ ਇੱਥੇ ਹੁੰਦੇ ਸੀ ਉਹਨਾਂ ਦੀ ਸੈਲਰੀਜ਼ ਉਸ ਹਿਸਾਬ ਨਾਲ ਨਹੀਂ ਹੁੰਦੀਆਂ ਸੀ। ਉਹ ਉਸ ਹਿਸਾਬ ਨਾਲ ਸ਼ੋਅ ਨਹੀਂ ਕਰ ਸਕਦੇ ਸੀਗੇ ਕਿ ਕੱਲ੍ਹ ਨੂੰ ਅਗਰ ਉਹਨਾਂ ਦੇ ਫੈਮਿਲੀ ਮੈਂਬਰਸ ਅਕੰਪਨੀ ਕਰਨਗੇ ਤਾਂ ਉਹਨਾਂ ਦੀ ਪ੍ਰੋਪਰਲੀ ਉਹ ਟੇਕ ਕੇਅਰ ਕਰ ਸਕਦੇ ਨੇ। ਤਾਂ ਇਸ ਨਵੇਂ ਪ੍ਰੋਗਰਾਮ ਦੇ ਵਿੱਚ ਕੀ ਹੈਗਾ ਕਿ ਤੁਹਾਡੇ ਜਿਹੜੇ ਸਪਾਊਸਸ ਹੈਗੇ ਨੇ ਪਲੱਸ ਤੁਹਾਡੇ ਜਿਹੜੇ ਬੱਚੇ ਹੈਗੇ ਨੇ ਤੁਹਾਨੂੰ ਨਾਲ ਅਕੰਪਨੀ ਕਰਨਗੇ। ਵਰਕ ਪਰਮਿਟ ਮਿਲੇਗਾ ਅਗਰ ਤੁਹਾਡੇ ਸਪਾਊਸਸ ਹੈਗੇ ਨੇ ਤੇ ਅਗਰ ਬੱਚੇ ਹੈਗੇ ਨੇ ਉਹਨਾਂ ਨੂੰ ਸਟੱਡੀ ਪਰਮਿਟ ਮਿਲੇਗਾ। ਪੁਰਾਣੇ ਪ੍ਰੋਗਰਾਮ ਦੇ ਵਿੱਚ ਕਈ ਕੇਸਿਸ 'ਚ ਇੱਦਾਂ ਦੇਖਿਆ ਗਿਆ ਕਈ ਕੇਅਰ ਗਿਵਰਸ ਨੂੰ 8 ਤੋਂ 10 ਸਾਲ ਤੱਕ ਵੇਟ ਕਰਨੀ ਪੈਂਦੀ ਸੀ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਇਕੱਠੇ ਹੋਣ ਦੇ ਲਈ। ਸੋ ਫੈਮਿਲੀ ਰੀਯੂਨੀਫਿਕੇਸ਼ਨ ਇਸ ਵਾਰ ਇਹਨਾਂ ਦਾ ਮੇਨ ਪਰਪਸ ਸੀਗਾ ਜਿਹੜਾ ਕਿ ਉਹਨਾਂ ਨੇ ਅਚੀਵ ਕੀਤਾ ਉਹਨਾਂ ਦੇ ਸਪਾਊਸਸ ਨੂੰ ਔਨ ਵਰਕ ਪਰਮਿਟ ਐਂਡ ਬੱਚਿਆਂ ਨੂੰ ਸਟੱਡੀ ਪਰਮਿਟ ਦੇ ਕੇ। ਤੇ ਇਸ ਤੋਂ ਇਲਾਵਾ ਜਿਹੜੀ ਮੇਨ ਚੀਜ਼ ਹੈਗੀ ਆ ਇੰਪਲੋਇਰਸ, ਜਿਹੜਾ ਪ੍ਰੈਜ਼ੈਂਟ ਪ੍ਰੋਗਰਾਮ ਹੈਗਾ ਇਹਦੇ ਵਿੱਚ ਤੁਹਾਨੂੰ ਜਿਹੜਾ ਵਰਕ ਪਰਮਿਟ ਮਿਲਦਾ ਸੀ ਇੰਪਲੋਇਰ ਸਪੈਸੀਫਿਕ ਹੁੰਦਾ ਸੀਗਾ ਕਿ ਤੁਸੀਂ ਉਸੇ ਇੰਪਲੋਇਰ ਦੇ ਨਾਲ ਰਹਿ ਕੇ ਕੰਮ ਕਰਨਾ। ਅਗਰ ਕੋਈ ਅਬਿਊਜ਼
ਹੋ ਰਿਹਾ ਹੈਗਾ ਜਾਂ ਤੁਸੀਂ ਆਪਣਾ ਵਰਕ ਪਰਮਿਟ ਚੇਂਜ ਕਰਨਾ ਚਾਹੁੰਦੇ ਹੋ, ਤੁਹਾਨੂੰ ਸਾਰਾ LMI ਦਾ ਪ੍ਰੋਸੈਸ ਸਟਾਰਟ ਕਰਨਾ ਪੈਂਦਾ ਸੀ ਅਤੇ ਫਿਰ ਜਾ ਕੇ ਤੁਹਾਡਾ ਵਰਕ ਪਰਮਿਟ ਚੇਂਜ ਹੁੰਦਾ ਸੀਗਾ। ਬਟ ਜਿਹੜਾ ਹੁਣ ਪ੍ਰੈਜ਼ੈਂਟ ਪ੍ਰੋਗਰਾਮ ਆਏਗਾ, ਜਿਹੜਾ ਅੱਗੇ ਆਏਗਾ, ਉਹਦੇ ਵਿੱਚ ਹੈਗਾ ਕਿ ਜਿਹੜਾ ਤੁਹਾਡਾ ਵਰਕ ਪਰਮਿਟ ਹੋਏਗਾ ਉਹ ਤੁਹਾਡੀ ਜਿਹੜੀ ਜੌਬ ਹੈਗੀ ਆਕੂਪੇਸ਼ਨ ਬੇਸਡ ਹੋਏਗਾ, ਨਾ ਕਿ ਤੁਹਾਡਾ EMPLOYER ਬੇਸ ਹੋਏਗਾ। ਸੋ ਇਨ ਕੇਸ ਅਗਰ ਕੋਈ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਆਪਣੇ EMPLOYER ਦੇ ਨਾਲ, ਤਾਂ ਤੁਸੀਂ ਆਪਣੀ ਜਿਹੜੀ ਜੌਬ ਹੈਗੀ ਉਹ ਚੇਂਜ ਕਰ ਸਕਦੇ ਹੋ। ਸੋ ਬੇਸਿਕਲੀ ਆਕੂਪੇਸ਼ਨ ਸਪੈਸੀਫਾਈਡ ਹੈਗਾ, ਤਾਂ ਸੇਮ ਹੀ ਤੁਹਾਨੂੰ ਆਕੂਪੇਸ਼ਨ ਪ੍ਰੋਫਾਈਲ ਸੇਮ ਰਹੇਗੀ। EMPLOYER ਨੂੰ ਚੇਂਜ ਕਰ ਬਿਲਕੁਲ EMPLOYER ਨੂੰ ਚੇਂਜ ਕਰ ਸਕਦੇ ਹੋ। ਜਿਵੇਂ ਕਿ ਤੁਹਾਨੂੰ ਯਾਦ ਹੋਏਗਾ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਇੱਥੇ ਕਾਫੀ ਅਬਿਊਜ਼ ਦਾ ਐਕਸਪਲੋਇਟੇਸ਼ਨ ਹੋ ਰਹੀ ਹੈ। ਸੋ ਉਹਦੇ ਲਈ ਉਹਨਾਂ ਨੇ ਲਾਈਕ ਇਹ ਚੀਜ਼ ਰੱਖੀ ਹੈ ਕਿ ਜਿਹੜੇ ਹੁਣ ਅੱਗੇ ਵਰਕ ਪਰਮਿਟਸ ਹੋਣਗੇ ਉਹ ਆਕੂਪੇਸ਼ਨ ਬੇਸਡ ਹੋਣਗੇ, ਨਾ ਕਿ EMPLOYER ਬੇਸਡ ਹੋਣਗੇ। ਸੋ ਕਈ ਕੇਅਰ ਗਿਵਰਸ ਇਦਾਂ ਦੇ ਹੁੰਦੇ ਸੀ, ਓਵਰ ਟਾਈਮ ਕੰਮ ਕਰ ਰਹੇ ਹੁੰਦੇ ਸੀਗੇ, ਜਾਂ ਉਸ ਤੋਂ ਜਿਹੜੀ ਬੇਸਿਕਲੀ ਜੌਬ ਦੇ ਲਈ ਉਹਨਾਂ ਨੂੰ ਹਾਇਰ ਕੀਤਾ ਗਿਆ ਉਹ ਤੋਂ ਇਲਾਵਾ ਵੀ ਕੰਮ ਕਰ ਰਹੇ ਹੁੰਦੇ ਸੀਗੇ, ਤਾਂ ਉਹਨਾਂ ਨੂੰ ਹੁਣ ਇਸ ਤਰ੍ਹਾਂ ਦਾ ਕੋਈ ਵੀ ਅਬਿਊਜ਼ ਜਾਂ ਐਕਸਪਲੋਇਟੇਸ਼ਨ ਤੋਂ ਉਹ ਬਚ ਸਕਦੇ ਹੈਗੇ ਨੇ। ਇਸ ਤੋਂ ਇਲਾਵਾ ਜਿਹੜਾ ਆਪਾਂ LMIA ਦੀ ਗੱਲ ਕਰਦੇ ਹਾਂ, ਆਪਾਂ ਹੁਣੀ ਗੱਲ ਕਰਕੇ ਹਟੇ ਹਾਂ, ਪ੍ਰੈਜ਼ੈਂਟ ਦੇ ਵਿੱਚ ਆਪਾਂ ਨੂੰ LMI ਦੀ ਰਿਕੁਆਇਰਮੈਂਟ ਹੈਗੀ ਹੈ। ਪ੍ਰੈਜ਼ੈਂਟ ਕਹਿ ਰਹੇ ਹਾਂ ਜਿਹੜੇ ਅੱਜ ਤੱਕ ਦੇ ਰੂਲਸ ਹੈਗੇ ਨੇ, ਇਹਦੇ ਵਿੱਚ ਆਪਾਂ ਨੂੰ LMI ਦੀ ਰਿਕੁਆਇਰਮੈਂਟ ਹੈਗੀ ਆ। ਸੋ ਬੇਸਿਕਲੀ ਜਿਹੜਾ ਅੱਜ ਦੀ ਡੇਟ ਪ੍ਰੋਸੈਸ ਸਟਾਰਟ ਹੁੰਦਾ ਉਹ ਇਦਾਂ ਹੁੰਦਾ ਹੈ ਕਿ ਤੁਹਾਨੂੰ ਪਹਿਲਾਂ LMI ਦੀ ਐਪਲੀਕੇਸ਼ਨ ਲਗਾਉਣੀ ਪੈਂਦੀ ਹੈ, ਤੁਹਾਨੂੰ ESTC ਡਿਪਾਰਟਮੈਂਟ ਨੂੰ ਕਨਵਿੰਸ ਕਰਨਾ ਹੁੰਦਾ ਹੈ ਕਿ ਤੁਹਾਨੂੰ ਇੱਥੇ ਕੋਈ ਵੀ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਨਹੀਂ ਮਿਲਿਆ ਹੈਗਾ। ਸੋ ਦੈਟਸ ਵਾਈ ਤੁਸੀਂ ਕਿਸੇ ਬਾਹਰਲੇ ਫੋਰਨ ਵਰਕਰ ਨੂੰ ਬੁਲਾ ਰਹੇ ਹੋ, ਜਾਂ ਇਨ ਕੇਸ ਅਗਰ ਕੈਨੇਡਾ ਦੇ ਵਿੱਚ ਵੀ ਹੈਗੇ ਨੇ ਤਾਂ ਤੁਸੀਂ ਉਹਨਾਂ ਨੂੰ ਹਾਇਰ ਕਰ ਰਹੇ ਹੋ। ਤੇ ਸੈਕਿੰਡ ਹੈਗਾ ਜੇ ਤਾਂ ਜਿਹੜਾ ਨਵਾਂ ਪ੍ਰੋਸੈਸ ਆ ਰਿਹਾ ਇਹਦੇ ਵਿੱਚ LMI ਦੀ ਰਿਕੁਆਇਰਮੈਂਟ ਨਹੀਂ ਹੈਗੀ। ਸੋ ਇਟਸ ਅ ਬਿਗ ਚੇਂਜ। ਤੇ ਇਹਦੇ ਵਿੱਚ ਬਟ ਜਿਹੜੀ ਬਾਕੀ ਦੀ ਰਿਕੁਆਇਰਮੈਂਟਸ ਹੈਗੀਆਂ ਨੇ ਉਹ ਸੇਮ ਰਹਿਣਗੀਆਂ। ਲਾਈਕ EMPLOYER ਨੂੰ ਜੌਬ ਆਫਰ ਦੇਣਾ ਪਏਗਾ। ਹੁਣ ਨੈਚੁਰਲੀ ਅਗਰ EMPLOYER ਜੌਬ ਆਫਰ ਦੇ ਰਿਹਾ ਜਾਂ ਉਹ ਕਿਸੇ ਨੂੰ ਬਾਹਰੋਂ ਬੁਲਾ ਰਹੇ ਨੇ ਤਾਂ ਉਹਨਾਂ ਦਾ ਐਕਸਪੀਰੀਅੰਸ, ਉਹਨਾਂ ਦੀ ਐਜੂਕੇਸ਼ਨ ਇਸ ਹਿਸਾਬ ਨਾਲ ਹੋਵੇ ਕਿ ਜਿਹੜਾ ਉਹਨਾਂ ਦੀ ਅੱਗੇ ਵਰਕ ਪਰਮਿਟ ਦੀ ਐਪਲੀਕੇਸ਼ਨ ਲੱਗਣੀ ਆ ਉਹ ਅਪਰੂਵ ਹੋਵੇ। ਸੋ ਇਦਾਂ ਨਹੀਂ ਹੈਗਾ ਕਿ ਕਿਸੇ ਨੂੰ ਵੀ ਜੌਬ ਆਫਰ ਦੇ ਦੇਣਗੇ, ਬਿਕਾਜ਼ ਸਾਡੀ ਪ੍ਰੋਪਰਲੀ ਐਪਲੀਕੇਸ਼ਨ ਸਕਰੂਟਨਾਈਜ਼ ਹੋਏਗੀ ਕਿ ਹਾਂ ਰੀਅਲੀ ਜਿਹੜੇ ਨੇ ਵਰਕ ਪਰਮਿਟ ਦੀ ਐਪਲੀਕੇਸ਼ਨ ਕੀਤੀ ਐਲੀਜੀਬਲ ਹੈਗੇ ਨੇ ਕੈਨੇਡਾ 'ਚ ਕੇਅਰ ਗਿਵਰ ਦਾ ਪ੍ਰੋਗਰਾਮ ਦੇ ਅੰਡਰ ਆਉਣ ਦੇ ਲਈ ਕਿ ਨਹੀਂ। ਸੋ ਇਹ ਕੁਝ ਮੇਜਰ ਚੇਂਜਸ ਹੈਗੇ ਨੇ। ਹੁਣ LMI ਦੀ ਐਪਲੀਕੇਸ਼ਨ ਜੇ ਤਾਂ ਇਹਨਾਂ ਦੀ ਕੈਂਸਲ ਹੋਈ ਹੈ, ਲਾਈਕ ਇਹਨਾਂ ਨੇ ਔਰ ਜਿਹੜੀ ਰਿਕੁਆਇਰਮੈਂਟ ਸੀਗੀ ਉਹਨੂੰ ਕੈਂਸਲ ਕੀਤਾ, ਤਾਂ ਇਹਦੇ ਨਾਲ ਜਿਹੜੇ EMPLOYERS $1000 ਪੇ ਕਰਦੇ ਹੁੰਦੇ ਸੀ ਪ੍ਰੋਸੈਸਿੰਗ ਫੀਸ, ਉਹ ਵੀ ਹੁਣ ਖਤਮ ਹੋ ਚੁੱਕੀ ਆ। ਸੋ ਉਹ ਵੀ ਉਹਨਾਂ ਨਾਲ ਹੁਣ ਜਿਹੜੇ ਐਕਸਪੈਂਸਿਸ ਹੈਗੇ ਨੇ ਉਹ ਘਟ ਗਏ ਨੇ। ਸੋ ਇਸ ਤਰ੍ਹਾਂ ਦੇ ਕਾਫੀ ਚੇਂਜਸ ਹੈਗੀਆਂ ਨੇ ਜਿਹੜੀ ਇਸ ਐਪਲੀਕੇਸ਼ਨ ਦੇ ਵਿੱਚ ਆਈਆਂ ਨੇ। ਜੀ ਬਬਲਦੀਪ ਜੀ, ਜਿਹੜੀ ਆਲਰੇਡੀ ਜਿਨ੍ਹਾਂ ਨੇ ਫਾਈਲ ਲਗਾ ਦਿੱਤੀ ਹੈ ਪ੍ਰੋਸੈਸ ਦੇ ਅੰਡਰ, ਤੇ ਹੁਣ ਕੀ ਉਹ ਐਲੀਜੀਬਲ ਹੋ ਸਕਦੇ ਨੇ ਇਸ ਪ੍ਰੋਸੈਸ ਦੇ ਅੰਡਰ ਆਉਣ ਲਈ ਜਿਨ੍ਹਾਂ ਦੀ ਫਾਈਲ ਲੱਗ ਚੁੱਕੀ ਹੈ ਤੇ ਹਜੇ ਉਹ ਤੇ ਕੋਈ ਡਿਸੀਜਨ ਨਹੀਂ ਆਇਆ? ਜਿਨ੍ਹਾਂ ਦੀ ਐਪਲੀਕੇਸ਼ਨ ਆਲਰੇਡੀ ਲੱਗ ਚੁੱਕੀ ਆ ਉਹਨਾਂ ਦੀ ਉਸੇ ਐਪਲੀਕੇਸ਼ਨ ਦੇ ਵਿੱਚ ਹੀ ਅੱਗੇ ਕੰਟੀਨਿਊ ਰਹੇਗਾ, ਪ੍ਰੋਸੈਸ ਰਹੇਗਾ। ਤੇ ਉਹਨਾਂ ਨੂੰ ਜਦੋਂ ਤੱਕ ਉਹਨਾਂ ਦੀ ਐਪਲੀਕੇਸ਼ਨ ਦਾ ਡਿਸੀਜਨ ਨਹੀਂ ਆਉਂਦਾ, ਅਗਰ ਪੋਜ਼ਿਟਿਵ ਆਇਆ ਤਾਂ ਉਹ ਜਿਹੜੇ ਐਗਜ਼ਿਸਟਿੰਗ ਪ੍ਰੋਗਰਾਮ ਹੈਗੇ ਨੇ ਉਹਦੇ ਅੰਡਰ ਹੀ ਉਹਨਾਂ ਨੂੰ ਅੱਗੇ ਦੇਖਿਆ ਜਾਏਗਾ ਉਹਨਾਂ ਦੀ ਐਪਲੀਕੇਸ਼ਨ ਕੀ ਹੋਈ ਪਈ। ਜਿਵੇਂ ਤੁਸੀਂ ਕਿਹਾ ਕਿ ਇਹਦੇ ਵਿੱਚ LMIA ਵਗੈਰਾ ਦੀ ਜ਼ਰੂਰਤ ਨਹੀਂ ਹੋਏਗੀ, ਤਾਂ ਕਿੰਨੀ ਡਿਊਰੇਸ਼ਨ ਹੋਏਗੀ ਇਸ ਪ੍ਰੋਸੈਸ ਦੀ ਤੇ ਕਦੋਂ ਤੋਂ ਇਹ ਸਟਾਰਟ ਹੋਣ ਲੱਗਿਆ ਹੈ? ਐਕਸਪੈਕਟਡ ਹੈਗਾ ਕਿ ਇਹਦੀ ਡਿਊਰੇਸ਼ਨ ਜਿਹੜੀ ਹੈਗੀ ਹੈ ਜ਼ਿਆਦਾ ਹੋਏਗੀ ਐਜ਼ ਕੰਪੇਅਰ ਟੂ ਪ੍ਰੈਜ਼ੈਂਟ ਪ੍ਰੋਗਰਾਮਸ ਦੇ ਲਈ। ਤੇ ਇਹਦੇ ਵਿੱਚ ਜਿਸ ਤਰ੍ਹਾਂ ਅੱਜ ਦੀ ਡੇਟ 'ਚ ਸੀਗਾ ਕਿ ਤੁਸੀਂ ਲਾਈਕ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾਉਂਦੇ ਹੋ, ਉਹ ਤੋਂ ਬਾਅਦ 2 ਸਾਲਾਂ ਬਾਅਦ ਅਗਰ ਤੁਸੀਂ ਐਲੀਜੀਬਲ ਹੁੰਦੇ ਹੋ ਫਿਰ ਆਪਣੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲਗਾਉਂਦੇ ਹੋ। 2014 ਤੋਂ ਜਿਹੜਾ ਪ੍ਰੋਗਰਾਮ ਲਾਂਚ ਹੋਇਆ ਸੀਗਾ ਉਹ 'ਚ ਕੀ ਸੀ, ਕਈਆਂ ਨੂੰ ਕੁਝ ਗਾਈਡਲਾਈਨਸ ਕਲੀਅਰ ਨਹੀਂ ਸੀਗੀਆਂ। ਸੋ ਬਹੁਤ ਸਾਰੇ ਇਦਾਂ ਦੇ ਕੇਅਰ ਗਿਵਰਸ ਜਾਂ ਨੈਨੀ ਸੀਗੇ ਜਿਹੜੇ ਕੈਨੇਡਾ ਦੇ ਵਿੱਚ ਆਏ ਸੀਗੇ ਬਟ ਉਹ ਐਲੀਜੀਬਲ ਨਹੀਂ ਹੋ ਰਹੇ ਸੀ ਪਰਮਨੈਂਟ ਰੈਜ਼ੀਡੈਂਸੀ ਦੇ ਲਈ। ਤਾਂ ਅਗਰ ਆਪਾਂ ਨੂੰ ਯਾਦ ਹੋਏ ਤਾਂ ਮਾਰਚ ਦੇ ਵਿੱਚ ਉਹਨਾਂ ਨੇ ਇੰਟਰਮ ਪਾਥਵੇ ਫॉर ਕੇਅਰ ਗਿਵਰਸ ਲਾਂਚ ਕੀਤਾ ਸੀ। ਸੋ ਬੇਸਿਕਲੀ ਉਹ ਸਾਰੇ ਉਹਨਾਂ ਕੇਅਰ ਗਿਵਰਸ ਦੇ ਲਈ ਸੀਗਾ ਜਿਹੜੇ ਕੈਨੇਡਾ ਦੇ ਵਿੱਚ ਆਲਰੇਡੀ ਹੈਗੇ ਨੇ, ਜਿਨ੍ਹਾਂ ਨੂੰ ਕੰਮ ਕਰਦਿਆਂ ਨੂੰ ਸਾਲ ਹੋ ਗਿਆ ਬਟ ਉਹ ਉਸ ਪ੍ਰੋਗਰਾਮ ਦੇ ਅੰਡਰ ਪਰਮਨੈਂਟ ਰੈਜ਼ੀਡੈਂਸੀ ਲਈ ਐਲੀਜੀਬਲ ਨਹੀਂ ਸੀਗੇ। ਤਾਂ ਉਹਨਾਂ ਨੂੰ 3 ਮੰਥਸ ਦਾ ਟਾਈਮ ਪੀਰੀਅਡ ਦਿੱਤਾ ਗਿਆ ਸੀਗਾ। ਵਿਦਿਨ 3 ਮੰਥਸ ਦੇ ਵਿੱਚ ਤੁਸੀਂ ਆਪਣੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲਗਾ ਸਕਦੇ ਹੋ ਅਗਰ ਤੁਸੀਂ ਇੱਥੇ 1 ਸਾਲ ਦਾ ਐਕਸਪੀਰੀਅੰਸ ਗੇਨ ਕਰ ਚੁੱਕੇ ਹੋ। ਤੇ ਜਿਹੜੀ ਹੁਣ ਅੱਗੇ ਰੂਲਸ ਆ ਰਹੇ ਨੇ ਇਹਦੇ ਰੂਲਸ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਅਸੈਸ ਕੀਤਾ ਜਾਏਗਾ ਕਿ ਅਗਰ ਉਹ ਇੱਥੇ ਕੈਨੇਡਾ ਦੇ ਵਿੱਚ ਆ ਰਹੇ ਨੇ ਤਾਂ ਕੱਲ੍ਹ ਨੂੰ ਕਿ ਉਹ ਪਰਮਨੈਂਟ ਰੈਜ਼ੀਡੈਂਸੀ ਦੇ ਲਈ ਐਲੀਜੀਬਲ ਹੋਣਗੇ ਕਿ ਨਹੀਂ ਹੋਣਗੇ। ਸੋ ਉਹਨਾਂ ਦੀ ਅਪਫਰੰਟ ਅਸੈਸਮੈਂਟ ਹੋਏਗੀ। ਸੋ ਉਹਨਾਂ ਦੀ ਐਜੂਕੇਸ਼ਨ, ਉਹਨਾਂ ਦਾ ਐਕਸਪੀਰੀਅੰਸ, ਉਹਨਾਂ ਦੀ ਆਇਲਸ 'ਚ ਕਿੰਨੇ ਸਕੋਰ ਹੈਗੇ ਨੇ, ਚੀਜ਼ਾਂ ਨੂੰ ਪਹਿਲਾਂ ਅਸੈਸ ਕੀਤਾ ਜਾਏਗਾ ਤੇ ਉਸ ਹਿਸਾਬ ਨਾਲ ਅਗਰ ਉਹਨਾਂ ਨੂੰ ਲੱਗੇਗਾ ਕਿ ਹਾਂ ਕੱਲ੍ਹ ਨੂੰ ਪਰਮਨੈਂਟ ਰੈਜ਼ੀਡੈਂਸੀ ਲੈ ਸਕਦੇ ਨੇ ਫਿਰ ਉਹਨਾਂ ਦੀ ਵਰਕ ਪਰਮਿਟ ਦੀ ਐਪਲੀਕੇਸ਼ਨ ਅਪਰੂਵ ਹੋਏਗੀ। ਤੇ ਬਟ ਇਹਦੇ ਵਿੱਚ ਹਾਂ ਕੱਲ੍ਹ ਨੂੰ ਇਸ ਚੀਜ਼ ਨੂੰ ਡੈਫੀਨਿਟਲੀ ਕੰਸੀਡਰ ਕਰਨਗੇ ਕਿ ਉਹਨਾਂ ਨੇ ਕੈਨੇਡਾ 'ਚ ਆ ਕੇ ਜਿਹੜਾ ਹੈਗਾ ਆਪਣਾ ਐਕਸਪੀਰੀਅੰਸ ਗੇਨ ਕਰਨਾ ਆ। ਸੋ ਉਹ ਜਿਹੜਾ ਰੂਮ ਹੈਗਾ ਉਹਨੂੰ ਡੈਫੀਨਿਟਲੀ ਕੰਸੀਡਰ ਕਰਨਗੇ ਕਿ ਕੱਲ੍ਹ ਨੂੰ ਉਸ ਤੋਂ ਬਾਅਦ ਉਹਨਾਂ ਦੇ ਕਿੰਨੇ ਪੁਆਇੰਟਸ ਬਣਦੇ ਨੇ ਤੇ ਉਹ ਤੋਂ ਬਾਅਦ ਉਹ ਪਰਮਨੈਂਟ ਰੈਜ਼ੀਡੈਂਸੀ ਦੀ ਜਿਹੜੀ ਐਪਲੀਕੇਸ਼ਨ ਹੈਗੀ ਹੈ ਫਿਰ ਉਹਨੂੰ ਅਪਰੂਵ ਕਰਨਗੇ। ਸੋ ਇਹ ਜਿਹੜਾ ਹੈਗਾ ਮੇਜਰ ਚੇਂਜ ਹੈਗਾ ਕਿਉਂਕਿ ਤੁਸੀਂ ਐਟਲੀਸਟ ਜਦੋਂ ਕੈਨੇਡਾ ਆਉਂਦੇ ਹੋ ਤਾਂ ਸਭ ਦਾ ਇੱਕ ਗੋਲ ਹੁੰਦਾ ਕਿ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਤੁਸੀਂ ਲੈਣੀ ਹੈਗੀ। ਤਾਂ ਅਗਰ ਤੁਸੀਂ ਪਹਿਲਾਂ ਹੀ ਕਲੀਅਰ ਹੈਗੇ ਹੋ ਕਿ ਹਾਂ ਤੁਸੀਂ ਐਲੀਜੀਬਲ ਹੈਗੇ ਆਪਣੀ PR ਐਪਲੀਕੇਸ਼ਨ ਦੇ ਲਈ ਤਾਂ ਤੁਸੀਂ ਵੀ ਕੌਨਫੀਡੈਂਟ ਇਨਫ ਹੁੰਦੇ ਹੋ ਕਿ ਠੀਕ ਹੈ ਇੱਥੇ 2 ਸਾਲ ਮੈਂ ਕੰਮ ਕਰਨ ਤੋਂ ਬਾਅਦ ਮੇਰੀ ਜਿਹੜੀ ਐਪਲੀਕੇਸ਼ਨ
ਐਪਲੀਕੇਸ਼ਨ ਹੈਗੀ ਅੱਗੇ ਅਪਰੂਵ ਹੋਏਗੀ ਇੰਸਟੈਡ ਆਫ ਕਿ ਤੁਸੀਂ ਦੇਖਦੇ ਹੋ ਕਿ ਹਾਂ ਤੁਹਾਡੇ ਕੱਲ ਨੂੰ ਕੀ ਵੇ ਹੈਗਾ ਜਾਂ ਫਿਰ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਜਿਸ ਪ੍ਰੋਗਰਾਮ ਅੰਡਰ ਆਏ ਹੈਗੇ ਹੋ ਤਾਂ ਉਸ ਅੰਡਰ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਦੇ ਲਈ ਐਲੀਜੀਬਲ ਹੀ ਨਹੀਂ ਹੈਗੇ। ਸੋ ਇਹ ਕਾਫੀ ਮੇਜਰ ਚੇਂਜ ਕੀਤੀ ਜਾ ਰਹੀ ਹੈ। ਜੀ ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਚੇਂਜਸ ਕਾਫੀ ਜ਼ਿਆਦਾ ਹੋਏ ਨੇ, ਇਹਨਾਂ ਦੇ ਬੈਨੀਫਿਟਸ ਤੁਸੀਂ ਦੱਸਿਆ ਕਿ ਇਹਦਾ ਕੋਈ ਡਰਾਬੈਕ ਵੀ ਹੈਗਾ ਆ? ਇਹਦੇ ਵਿੱਚ ਦੀ ਕੋਟਾ ਸਿਸਟਮ ਹੈਗਾ ਕੋਟਾ ਆ ਸਿਸਟਮ। ਯਾ ਸੋ ਪ੍ਰੈਜ਼ੈਂਟ ਅਗਰ ਕੋਈ ਵੀ ਐਪਲੀਕੇਸ਼ਨ ਲੱਗਦੀ ਸੀ ਕੁਝ ਕੋਈ ਕੋਟਾ ਸਿਸਟਮ ਨਹੀਂ ਸੀਗਾ, ਤੁਸੀਂ ਜਿੰਨੀ ਮਰਜ਼ੀ ਐਪਲੀਕੇਸ਼ਨ ਸਾਲ ਦੇ ਵਿੱਚ ਲਗਾ ਸਕਦੇ ਸੀਗੇ। ਹੁਣ ਜਿਵੇਂ ਕਿ ਇਹ ਦੋ ਪ੍ਰੋਗਰਾਮ ਹੈਗੇ ਨੇ, ਇੱਕ ਹੈਗਾ ਹੋਮ ਪਰਸਨਲ ਸਪੋਰਟ ਵਰਕਰ, ਇੱਕ ਹੈਗਾ ਹੋਮ ਚਾਈਲਡ ਕੇਅਰ ਗਿਵਰ ਪ੍ਰੋਵਾਈਡਰ। ਸੋ ਇਹਦੇ ਵਿੱਚ ਹੈਗੀਆਂ ਨੇ 2750 ਐਪਲੀਕੇਸ਼ਨਸ ਲੱਗਣਗੀਆਂ ਪਰ ਪ੍ਰੋਗਰਾਮ ਦੇ ਅੰਡਰ। ਸੋ ਇਨ ਟੋਟਲ 5500 ਐਪਲੀਕੇਸ਼ਨਸ ਹੈਗੀਆਂ ਨੇ ਜਿਹੜੀਆਂ ਲੱਗਣੀਆਂ ਨੇ। ਬਟ ਜਿਹੜੇ ਇਹ ਨੰਬਰ ਹੈਗਾ ਇਹ ਸਿਰਫ ਪ੍ਰਿੰਸੀਪਲ ਐਪਲੀਕੈਂਟਸ ਦੇ ਲਈ ਹੈਗਾ। ਸੋ ਇਨ ਕੇਸ ਅਗਰ ਉਹਨਾਂ ਦੇ ਫੈਮਿਲੀ ਮੈਂਬਰਸ ਜਾਂ ਬੱਚੇ ਨਾਲ ਆ ਰਹੇ ਨੇ ਤਾਂ ਉਹਨਾਂ ਨੂੰ ਇਹਨਾਂ ਨੇ 5500 ਦੇ ਵਿੱਚ ਨਹੀਂ ਕਾਊਂਟ ਕੀਤਾ ਹੈਗਾ। ਸੋ ਮੇਨ ਜਿਹੜਾ ਹੈਗਾ 5500 ਦਾ ਉਹਨਾਂ ਨੇ ਕੋਟਾ ਸਿਰਫ ਇਹਨਾਂ ਦੇ ਲਈ ਰੱਖਿਆ ਮੇਨ ਹੈ ਐਪਲੀਕੈਂਟਸ ਜਿਹੜੇ ਹੋਣਗੇ ਉਹਨਾਂ ਦੇ ਲਈ। ਬਿਲਕੁਲ। ਸੋ ਐਜ਼ ਲੌਂਗ ਐਜ਼ ਆਪਾਂ ਡਰਾਬੈਕ ਦੀ ਗੱਲ ਕਰੀਏ, ਜਿਵੇਂ ਕਿ ਆਪਾਂ ਗੱਲ ਕੀਤੀ ਪ੍ਰੋਸੈਸਿੰਗ ਟਾਈਮ, ਜੋ ਕਿ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਇਨ ਦਾ ਪ੍ਰੋਸੈਸਿੰਗ ਟਾਈਮ 12 ਮੰਥਸ ਵੀ ਹੋ ਸਕਦਾ ਹੈਗਾ, ਕਿਉਂਕਿ ਇਹਨਾਂ ਨੇ ਪਹਿਲਾਂ ਤੁਹਾਨੂੰ ਅਸੈਸ ਕਰਨਾ ਕਿ ਤੁਸੀਂ ਐਲੀਜੀਬਲ ਹੈਗੇ ਹੋ ਕਿ ਨਹੀਂ ਹੈਗੇ, ਤਾਂ ਉਹ ਪ੍ਰੋਸੈਸਿੰਗ ਟਾਈਮ ਇਹਦਾ ਵੱਧ ਸਕਦਾ ਐਜ਼ ਕੰਪੇਅਰ ਟੂ ਪ੍ਰੈਜ਼ੈਂਟ ਐਪਲੀਕੇਸ਼ਨਸ ਜੀ ਤੇ। ਬਿਲਕੁਲ। ਤੇ ਜਿਵੇਂ ਤੁਸੀਂ ਦੱਸਿਆ ਕਿ ਇੱਥੇ ਆਉਣ ਤੋਂ ਬਾਅਦ 6 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਗੇਨ ਕਰਦੇ ਨੇ ਤਾਂ ਪੀਆਰ ਲਈ ਕੁਆਲੀਫਾਈ ਕਰ ਸਕਦੇ ਨੇ। ਹਾਂਜੀ, ਜੇ 2 ਸਾਲ ਦਾ ਐਕਸਪੀਰੀਅੰਸ ਗੇਨ ਕਰਦੇ ਨੇ। ਸੋ ਇਹਦਾ ਜਿਹੜਾ ਪ੍ਰੋਸੈਸ ਹੈਗਾ ਉਹ ਇਸ ਤਰ੍ਹਾਂ ਹੋਏਗਾ ਕਿ ਤੁਹਾਡੀ ਜਿਹੜੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਹੈ ਤੇ ਪਲੱਸ ਜਿਹੜੀ ਤੁਹਾਡੀ ਵਰਕ ਪਰਮਿਟ ਦੀ ਐਪਲੀਕੇਸ਼ਨ ਹੈ, ਦੋਨੇ ਇਕੱਠੀਆਂ ਲੱਗਣਗੀਆਂ ਤੇ ਤੁਹਾਡੀ ਸਾਈਡ ਬਾਈ ਸਾਈਡ ਦੋਨੇ ਐਪਲੀਕੇਸ਼ਨਸ ਦੀ ਅਸੈਸਮੈਂਟ ਹੋਏਗੀ। ਤੇ ਜਦੋਂ ਤੁਸੀਂ ਵਰਕ ਪਰਮਿਟ ਦੀ ਐਪਲੀਕੇਸ਼ਨ ਤੁਹਾਡੀ ਅਪਰੂਵ ਹੋ ਜਾਂਦੀ ਹੈ, ਤੁਸੀਂ ਕੈਨੇਡਾ ਆ ਜਾਂਦੇ ਹੋ ਐਂਡ ਤੁਸੀਂ ਉਸ ਤੋਂ ਬਾਅਦ ਆਪਣਾ 2 ਸਾਲ ਦਾ ਵਰਕ ਐਕਸਪੀਰੀਅੰਸ ਗੇਨ ਕਰ ਲਿਆ, ਤਾਂ ਤੁਹਾਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਆਪਣੇ ਸਾਰੇ ਪ੍ਰੂਫ ਦੇਣੇ ਪੈਣਗੇ ਕਿਉਂਕਿ ਤੁਸੀਂ ਹੁਣ ਅੱਜ ਦੀ ਡੇਟ 'ਚ ਐਲੀਜੀਬਲ ਹੈਗੇ ਹੋ ਪੀਆਰ ਦੇ ਲਈ, ਲਾਈਕ ਤੁਹਾਡੀ ਜੌਬ ਲੈਟਰ, ਤੁਹਾਡੇ ਪੇ ਸਟਬਸ, ਤੁਹਾਡੇ ਟੈਕਸ ਰਿਟਰਨਸ, ਤੇ ਉਹਨਾਂ ਨੂੰ ਉਹ ਅਸੈਸ ਕਰਨ ਤੋਂ ਬਾਅਦ ਵਿਦਿਨ ਨੈਕਸਟ 6 ਮੰਥਸ ਦੇ ਵਿੱਚ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਨੂੰ ਉਹ ਅਪਰੂਵ ਕਰਨਗੇ। ਸੋ ਲਾਈਕ ਤੁਹਾਡੀ ਜਿਹੜੀ ਪੀਆਰ ਦੀ ਐਪਲੀਕੇਸ਼ਨ ਆਲਰੇਡੀ ਇਨ ਪ੍ਰੋਸੈਸ ਹੋਏਗੀ, ਬਟ ਉਹ ਫਾਈਨਲਾਈਜ਼ ਉਦੋਂ ਤੱਕ ਨਹੀਂ ਹੋਏਗੀ ਜਦੋਂ ਤੱਕ ਤੁਸੀਂ ਉਹਨਾਂ ਨੂੰ ਆਪਣੇ ਇੱਥੇ ਕੈਨੇਡਾ ਦੇ ਐਕਸਪੀਰੀਅੰਸ ਦਾ ਪ੍ਰੂਫ ਨਹੀਂ ਦੇ ਦਿੰਦੇ। ਤੇ ਜਿਵੇਂ ਤੁਸੀਂ ਪੂਰੇ ਪ੍ਰੋਸੈਸ ਦੀ ਗੱਲ ਕਰਦੇ ਹੋ, ਇਹਦੇ 'ਚ ਰਿਕੁਆਇਰਮੈਂਟਸ ਕੀ ਚਾਹੀਦੀਆਂ ਨੇ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਦੇ ਲਈ, ਪ੍ਰੋਸੈਸ ਨੂੰ ਅਪਲਾਈ ਕਰਨ ਲਈ ਰਿਕੁਆਇਰਮੈਂਟਸ ਕੀ ਹੈਗੀਆਂ? ਜੋ ਹਜੇ ਤੱਕ ਡਿਕਲੇਅਰਡ ਹੈਗਾ ਉਹ ਰਿਕੁਆਇਰਮੈਂਟਸ ਇਹ ਹੈਗੀਆਂ ਨੇ ਕਿ ਤੁਹਾਡੇ ਕੋਲ ਐਟਲੀਸਟ 1 ਸਾਲ ਦੀ ਕੈਨੇਡੀਅਨ ਪੋਸਟ ਕੈਨੇਡੀ ਐਜੂਕੇਸ਼ਨ ਹੋਣੀ ਚਾਹੀਦੀ ਹੈਗੀ ਆ, ਪਲੱਸ ਤੁਹਾਡੇ ਕੋਲ ਜਿਹੜੇ CLB ਸਕੋਰ ਹੈਗਾ ਆਇਲਸ ਦਾ 5 ਬੈਂਡਸ CLB 5 ਹੋਣਾ ਚਾਹੀਦਾ ਹੈ, ਤੇ ਤੁਹਾਡੀ ਜਿਹੜੀ ਤੁਸੀਂ ਐਡਮਿਸਿਬਲ ਹੋਣੇ ਚਾਹੀਦੇ ਹੋ ਕੈਨੇਡਾ ਦੇ ਲਈ। ਮੀਨਸ ਤੁਹਾਡੇ ਕੋਲ ਮੈਡੀਕਲ ਕੋਈ ਤੁਹਾਡੇ ਇਸ਼ੂਜ਼ ਨਹੀਂ ਹੋਣੇ ਚਾਹੀਦੇ, ਤੁਹਾਡੇ ਕੋਲ ਕ੍ਰਿਮੀਨਲ ਇਸ਼ੂਜ਼ ਨਹੀਂ ਹੋਣੇ ਚਾਹੀਦੇ ਹੈਗੇ, ਤੇ ਪਲੱਸ ਤੁਹਾਡੇ ਕੋਲ ਜੌਬ ਆਫਰ ਹੋਣੀ ਚਾਹੀਦੀ ਆ। ਬਹੁਤ ਸਾਰੇ ਇੱਕ ਵਾਰੀ ਸਾਨੂੰ ਲਾਸਟ ਟਾਈਮ ਜਦੋਂ ਅਸੀਂ ਪਿਛਲੀ ਵਾਰੀ ਨੈਨੀ ਦੇ ਪ੍ਰੋਗਰਾਮਸ ਦੀ ਗੱਲ ਕੀਤੀ ਸੀ ਤਾਂ ਸਾਨੂੰ ਕਈ ਕਮੈਂਟਸ ਆਏ ਸੀ, ਉਹ ਇਹ ਪੁੱਛਣਾ ਚਾਹੁੰਦੇ ਸੀ ਕਿ ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਆ ਕਿ ਉਹਨਾਂ ਨੂੰ ਕੇਅਰ ਗਿਵਰ ਪ੍ਰੋਗਰਾਮ ਦੁਬਾਰਾ ਕਰਨ ਦੀ ਜ਼ਰੂਰਤ ਹੈਗੀ ਆ ਜਾਂ ਨਰਸਿੰਗ ਦੇ ਬੇਸ ਤੇ ਉਹ ਆਪਣਾ ਅਪਲਾਈ ਕਰ ਸਕਦੇ ਨੇ? ਨਹੀਂ, ਉਹਨਾਂ ਨੂੰ ਕੇਅਰ ਗਿਵਰ ਪ੍ਰੋਗਰਾਮ ਕਰਨ ਦੀ ਜ਼ਰੂਰਤ ਨਹੀਂ ਹੈਗੀ, ਬਿਕਾਜ਼ ਉਹਨਾਂ ਦੇ ਨਰਸਿੰਗ ਦੇ ਪ੍ਰੋਗਰਾਮ ਦੇ ਵਿੱਚ ਉਹ ਸਾਰੇ ਜਿਹੜੇ ਕੰਪੋਨੈਂਟਸ ਕਵਰ ਕਰ ਲੈਂਦੇ ਨੇ ਜੋ ਕਿ ਉਹਨਾਂ ਨੇ ਇੱਥੇ ਨੈਨੀ ਦੇ ਪ੍ਰੋਗਰਾਮ ਦੇ ਅੰਡਰ ਆਉਣ ਦੇ ਲਈ ਕਰਨੇ ਹੁੰਦੇ ਨੇ। ਸੋ ਦੇਖਿਆ ਵੀ ਇਹ ਵੀ ਗਿਆ ਹੈ ਕਿ ਜਿਹੜੇ ਨਰਸਿੰਗ ਕੀਤੀ ਹੁੰਦੀ ਆ ਉਹਨਾਂ ਦੀ ਜਦੋਂ ਵਰਕ ਪਰਮਿਟ ਦੀ ਐਪਲੀਕੇਸ਼ਨ ਲੱਗਦੀ ਆ ਉਹਨਾਂ ਨੂੰ ਇੰਟਰਵਿਊ ਕਾਲ ਵੀ ਨਹੀਂ ਆਉਂਦੀ ਹੈਗੀ, ਬਿਕਾਜ਼ ਤੁਸੀਂ ਉਹਨਾਂ ਨੂੰ ਪ੍ਰੂਫ ਦਿੰਦੇ ਹੋ ਕਿ ਤੁਸੀਂ ਇੰਨੇ ਟਾਈਮ ਦੀ ਸਟੱਡੀ ਕੀਤੀ ਹੋ, ਲਾਈਕ 2 or 3 ਇਅਰਸ ਦੀ ਸਟੱਡੀ ਕੀਤੀ ਹੋਈ ਆ, ਸੋ ਤੁਸੀਂ ਐਲੀਜੀਬਲ ਹੈਗੇ ਹੋ ਇੱਥੇ ਆਉਣ ਦੇ ਲਈ। ਜਦੋਂ ਆਪਾਂ ਸਿਰਫ ਨੈਨਿੰਗ ਦੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ 6 ਮੰਥਸ ਦੀ ਸਟੱਡੀ ਹੁੰਦੀ ਹੈ ਜੋ ਕਿ ਇਨ ਕਲਾਸਰੂਮ ਟ੍ਰੇਨਿੰਗ ਹੁੰਦੀ ਆ, ਤੇ ਉਹ ਕੇਸਿਸ ਦੇ ਵਿੱਚ ਤੁਹਾਡੀ ਇੰਟਰਵਿਊ ਦੇ ਚਾਂਸਸ ਕਾਫੀ ਸਟਰੋਂਗ ਹੁੰਦੇ ਨੇ। ਉਹਨਾਂ ਨੇ ਦੇਖਣਾ ਹੁੰਦਾ ਕਿ ਹਾਂ ਅਗਰ ਤੁਸੀਂ ਕੈਨੇਡਾ ਆਉਂਦੇ ਹੋ ਤਾਂ ਤੁਹਾਡੇ ਕੋਲ ਤੁਸੀਂ ਵੈਲ ਇਨਫੋਰਮਡ ਹੈਗੇ ਹੋ ਕਿ ਕੱਲ੍ਹ ਨੂੰ ਅਗਰ ਕੋਈ ਮੈਡੀਕਲ ਐਮਰਜੈਂਸੀ ਆਉਂਦੀ ਤਾਂ ਤੁਸੀਂ ਉਸਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਆ। ਤੇ ਕਈ ਇੱਕ ਕੁਐਸਚਨ ਇਹ ਬਹੁਤ ਪੁੱਛਿਆ ਜਾਂਦਾ ਹੈ ਕਿ IELTS ਰਿਕੁਆਇਰਮੈਂਟ, ਜਿਵੇਂ ਕਿ ਮੈਂ ਹੁਣੇ ਕਹਿ ਕੇ ਹਟੀ ਹਾਂ ਕਿ ਤੁਹਾਨੂੰ IELTS ਰਿਕੁਆਇਰਮੈਂਟ ਪਏਗੀ, ਤਾਂ ਕਿਹਾ ਜਾਂਦਾ ਹੈ ਕਿ ਨਹੀਂ, ਸਾਨੂੰ ਕਿਹਾ ਕਿਸੇ ਨੇ ਇਨਫੋਰਮ ਕੀਤਾ ਸੀਗਾ ਕਿ ਸਾਨੂੰ ਬਿਨਾਂ IELTS ਤੋਂ ਵੀ ਅਸੀਂ ਆ ਸਕਦੇ ਹਾਂ, ਬਟ ਨਹੀਂ, ਤੁਹਾਡੇ CLB 5 ਹੋਣਾ ਚਾਹੀਦਾ ਤਾਂ ਹੀ ਤੁਸੀਂ ਅੱਗੇ ਆਪਣੀ ਐਪਲੀਕੇਸ਼ਨ ਲਗਾ ਸਕਦੇ ਹੋ। ਜਿਵੇਂ ਤੁਸੀਂ ਦੱਸਿਆ IELTS ਰਿਕੁਆਇਰਮੈਂਟ ਨਹੀਂ ਹੈਗੀ, ਤੇ ਰਿਕੁਆਇਰਮੈਂਟ ਹੈਗੀ ਆ, ਇਹ ਅਕਸਰ ਪੁੱਛਿਆ ਜਾਂਦਾ ਕਿ ਰਿਕੁਆਇਰਮੈਂਟ ਨਹੀਂ ਹੈਗੀ, ਕਿ ਜਿਹੜਾ ਨਾਲ ਸਪਾਊਸ ਆਏਗਾ ਉਹਨੂੰ IELTS ਕਰਨੀ ਪਏਗੀ ਜਾਂ ਉਹ ਵਿਦਆਊਟ ਕੋਈ IELTS ਤੇ ਜਾਂ ਵਿਦਆਊਟ ਐਨੀ ਟੈਸਟ ਤੇ ਜਾ ਸਕਦਾ ਹੈ? ਨਹੀਂ, ਸਪਾਊਸ ਨੂੰ IELTS ਕਰਨ ਦੀ ਰਿਕੁਆਇਰਮੈਂਟ ਨਹੀਂ ਹੈਗੀ, ਬਿਕਾਜ਼ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਹੈਗਾ ਮੇਨ ਉਹਨਾਂ ਨੇ ਉਹਨੂੰ ਅਸੈਸ ਕਰਨਾ। ਜੀ ਬਿਲਕੁਲ। ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਪਹਿਲਾਂ ਨਾਲ ਗੱਲ ਕਰ ਲਈਏ। ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੌਣ ਬੋਲ ਰਹੇ ਹੋ? ਮੈਮ, ਮੈਂ ਅਮਨ ਬੋਲਦਾ ਸਿੰਗਾਪੁਰ ਤੋਂ। ਹਾਂਜੀ ਅਮਨ ਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਮੈਮ, ਮੈਂ ਬਬਲਦੀਪ ਮੈਮ ਨੂੰ ਪੁੱਛਣਾ ਚਾਹਣਾ ਹੈ ਕਿਉਂਕਿ ਮੇਰਾ ਵਰਕ ਪਰਮਿਟ ਅਪਰੂਵ ਹੋ ਗਿਆ, ਤੇ ਇੱਕ ਤਾਂ ਮੈਂ ਪੁੱਛਣਾ ਚਾਹਣਾ ਮੈਂ ਵੈਨ ਕੈਨ ਸਬਮਿਟ ਦਾ ਸਪਾਊਸ ਐਪਲੀਕੇਸ਼ਨ। ਜਦੋਂ ਮੈਂ ਵੀ ਜਦੋਂ ਮੈਂ ਕੈਨੇਡਾ ਦੇ ਵਿੱਚ ਅਰਾਈਵ ਕਰ ਗਿਆ ਉਦੋਂ, ਔਰ ਮੈਂ ਕੈਨੇਡਾ 'ਚ ਅਰਾਈਵ ਕਰਨ ਤੋਂ ਪਹਿਲਾਂ, ਕਿਉਂਕਿ ਮੈਂ ਕੈਨੇਡਾ ਦੇ ਵਿੱਚ ਅਰਾਈਵ ਅਗਸਤ ਦੇ ਵਿੱਚ ਕਰਨਾ, ਸੋ ਇੱਥੇ ਆ ਕੇ ਮੈਂ ਸਪਾਊਸ ਦੀ ਆਪਣੀ ਐਪਲੀਕੇਸ਼ਨ ਲਗਾ ਸਕਦਾ ਔਰ ਮੈਂ ਇੱਥੇ ਹੁਣ ਵੀ ਲਗਾ ਸਕਦਾ ਹਾਂ। ਓਕੇ, ਸਤਿ ਸ਼੍ਰੀ ਅਕਾਲ ਜੀ। ਸਰ ਮੈਮ, ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਚਾਹੋਗੇ ਜਾਂ ਅਸੀਂ ਸਕਰੀਨ ਤੇ ਆਨਸਰ? ਨਹੀਂ, ਆਪਾਂ ਸਕਰੀਨ ਤੇ ਆਨਸਰ। ਅਮਨ, ਤੁਸੀਂ ਟੀਵੀ ਸਕਰੀਨ ਦੇ ਉੱਤੇ ਜਾਂ ਤੁਸੀਂ ਜਿੱਥੇ ਵੀ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਉੱਥੇ ਆਨਸਰ ਸੁਣ ਸਕਦੇ ਹੋ। ਤੁਸੀਂ ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਕੋਈ ਪ੍ਰੋਸੈਸ ਦੇ ਬਾਰੇ?
एक है मैम, क्योंकि मेरा वर्क परमिट मैम मेरा लास्ट मंथ अप्रूव हो गया, तो मैं अगस्त ਦੇ ਵਿੱਚ ਆ ਰਿਹਾ, तो मेरी एलिजिबिलिटी है ਜਿਹੜੀ ਵੀਜ਼ੇ ਦੀ ਹੈ ਇਹ ਖਤਮ ਹੁੰਦੀ ਜਾ ਰਹੀ ਹੈ। ਮੈਂ ਬਸ ਮੈਨੂੰ ਵਰਕ ਪਰਮਿਟ ਇੱਥੇ ਆ ਕੇ 에어ਪੋਰਟ ਤੇ ਮਿਲੂਗਾ ਮੈਂ। ਓਕੇ ਸੋ ਜੀ ਬਿਲਕੁਲ, ਤੁਸੀਂ ਅਮਨ ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ। ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਹਾਂਜੀ, ਜਿਵੇਂ ਕਿ ਇਹਨਾਂ ਦਾ ਕੁਐਸਚਨ ਸੀਗਾ ਸਭ ਤੋਂ ਪਹਿਲਾਂ ਕਿ ਇਹਨਾਂ ਨੂੰ ਵਰਕ ਪਰਮਿਟ ਕਿੱਥੇ ਇਸ਼ੂ ਹੋਏਗਾ। ਸੋ ਬੇਸਿਕਲੀ ਜਿਹੜਾ ਵਰਕ ਪਰਮਿਟ ਹੁੰਦਾ ਇਸ਼ੂ ਹੁੰਦਾ ਪੁਆਇੰਟ ਆਫ ਐਂਟਰੀ ਤੇ ਹੁੰਦਾ ਆ। ਸੋ ਤੁਸੀਂ ਇੱਥੇ ਜਦੋਂ 에어ਪੋਰਟ ਤੇ ਆਉਂਦੇ ਤੁਸੀਂ ਉਸ ਟਾਈਮ ਵੀ ਕਲੇਮ ਕਰ ਸਕਦੇ ਹੋ, ਜਾਂ ਫਿਰ ਤੁਹਾਨੂੰ ਇੱਥੇ ਬਾਰਡਰ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਇਹਨਾਂ ਕੋਲ ਆਲਰੇਡੀ ਵਿਜ਼ਟਰ ਵੀਜ਼ਾ ਹੈਗਾ ਆ। ਇਨ ਕੇਸ ਇਹਨਾਂ ਕੋਲ ਵਿਜ਼ਟਰ ਵੀਜ਼ਾ ਨਹੀਂ ਹੈਗਾ ਤੇ ਇਹਨਾਂ ਕੋਲ ਜਸਟ ਇਸ ਟਾਈਮ LMIA ਐਪਲੀਕੇਸ਼ਨ ਅਪਰੂਵਡ ਹੈਗੀ ਆ, ਤਾਂ ਇਹਨਾਂ ਨੂੰ ਪ੍ਰੋਪਰ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾਉਣੀ ਪਏਗੀ। ਜੀ ਬਿਲਕੁਲ, ਅਮਨ ਤੋਂ ਬਾਅਦ ਇੱਕ ਹੋਰ ਕਾਲਰ ਦੀ ਕਾਲ ਆ ਚੁੱਕੀ ਹੈ। ਅਮਨ ਦਾ ਜਵਾਬ ਦੇਵਾਂਗੇ, ਪਰ ਇੱਕ ਕਾਲਰ ਦੀ ਕਾਲ ਲੈ ਲਈਏ ਅਸੀਂ। ਹੈਲੋ हेलो, हाँ जी, सत श्री अकाल। ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ? मैं जसविंदर सिंह दोस्त चंडीगढ़ तो बोल रहा हूँ। ਹਾਂਜੀ ਸਰ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? एक गल दसा जी, अगे साडा बेटा एक मास्टर ऑफ डिग्री करने तो बाद वो वर्क परमिट पे है तेरे साल से 2 साल हो गया तो कंप्लीट का PR के चांसेस है नहीं जी? ਓਕੇ ਸੋ ਉਹਨਾਂ ਨੇ ਮਾਸਟਰਸ ਦੀ ਡਿਗਰੀ ਆਪਣੀ ਕੰਪਲੀਟ ਕਰ ਲਈ ਆ ਕਿ ਹਜੇ ਕਰਨੀ ਹੈਗੀ ਆ? कल नहीं है उन्होंने तो वर्क परमिट उन्होंने मिला है। ਓਕੇ, ਅਗਰ ਡਿਗਰੀ ਉਹਨਾਂ ਦੀ ਕੰਪਲੀਟ ਹੋ ਚੁੱਕੀ ਹੈਗੀ ਆ ਤਾਂ ਅਗਰ ਉਹ ਅੰਟੈਰੀਓ ਦੇ ਵਿੱਚ डिग्री मिल गई है उन्होंने, ਅੰਟੈਰੀਓ ਦੇ ਵਿੱਚ ਹੀ ਹੈ। वर्क परमिट है। ਹਾਂਜੀ, ਉਹ ਅੰਟੈਰੀਓ ਦੇ ਵਿੱਚ ਹੈਗੇ ਨੇ। हाँ जी, अंटारियो ਦੇ ਵਿੱਚ ਨੇ। ਓਕੇ ਸੋ ਅਗਰ ਉਹ ਅੰਟੈਰੀਓ ਦੇ ਵਿੱਚ ਹੀ ਹੈਗੇ ਨੇ ਤਾਂ ਬੇਸਿਕਲੀ ਅਗਰ ਉਹਨਾਂ ਨੂੰ ਲਾਈਕ ਇੱਥੇ ਮਾਸਟਰ ਸਟਰੀਮ ਪ੍ਰੋਗਰਾਮ ਹੈਗਾ ਤੇ ਜਿਹਦੇ ਵਿੱਚ ਉਹਨਾਂ ਨੂੰ ਜੌਬ ਆਫਰ ਦੀ ਵੀ ਰਿਕੁਆਇਰਮੈਂਟ ਨਹੀਂ ਹੈਗੀ, ਬਟ ਮੇਨ ਲਾਈਕ ਜਦੋਂ ਦੀ ਡਿਗਰੀ ਕੰਪਲੀਟ ਹੋਈ ਆ ਉਹ ਤਾਂ ਉਹਨਾਂ ਕੋਲ 2 ਸਾਲ ਤੱਕ ਦਾ ਟਾਈਮ ਪੀਰੀਅਡ ਹੁੰਦਾ ਜਿਹਦੇ ਵਿੱਚ ਉਹਨਾਂ ਨੇ ਆਪਣੀ ਅੱਗੇ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਪਾਉਣੀ ਹੁੰਦੀ ਆ। ਸੋ ਅਗਰ ਉਹ 2 ਸਾਲ ਦਾ ਟਾਈਮ ਪੀਰੀਅਡ ਨਹੀਂ ਕੰਪਲੀਟ ਹੋਇਆ ਹੈਗਾ ਤਾਂ ਉਹ ਆਪਣੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਬਿਨਾਂ ਜੌਬ ਆਫਰ ਦੇ ਮਾਸਟਰ ਸਟਰੀਮ ਅੰਡਰ ਪਾ ਸਕਦੇ ਨੇ। ਬਟ ਇਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਇਹਨਾਂ ਦਾ ਕੋਟਾ ਸਿਸਟਮ ਹੁੰਦਾ ਅਗੇਨ, ਠੀਕ ਹੈ, ਤੇ ਐਪਲੀਕੇਸ਼ਨਸ ਬਹੁਤ ਜਲਦੀ ਓਪਨ ਤੇ ਬਹੁਤ ਜਲਦੀ ਕਲੋਜ਼ ਹੁੰਦੀਆਂ ਨੇ। ਸੋ ਰਾਈਟ ਨਾਓ ਇਸ ਸਾਲ ਦਾ ਜਿਹੜਾ ਕੋਟਾ ਸਿਸਟਮ ਹੈਗਾ ਉਹ ਕੰਪਲੀਟ ਹੋ ਚੁੱਕਿਆ ਤੇ ਇਹਨਾਂ ਨੂੰ ਹੁਣ ਨੈਕਸਟ ਟਾਈਮ ਦੇ ਲਈ ਜਨਵਰੀ ਤੋਂ ਤੁਹਾਨੂੰ ਦੇਖਣਾ ਪਏਗਾ ਕਿ ਅਗਰ ਉਹ ਸਟਿਲ ਐਲੀਜੀਬਲ ਹੈਗੇ ਨੇ, 2 ਸਾਲ ਦਾ ਟਾਈਮ ਪੀਰੀਅਡ ਨਹੀਂ ਹੋਇਆ ਤਾਂ ਉਸ ਟਾਈਮ ਉਹ ਲਗਾ ਸਕਦੇ ਨੇ ਆਪਣੀ ਐਪਲੀਕੇਸ਼ਨ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕੀਤੀ ਪ੍ਰੋਗਰਾਮ 'ਚ, ਥੈਂਕ ਯੂ ਸੋ ਮਚ। ਅਮਨ ਦੀ ਗੱਲ ਕਰੀਏ, ਅਮਨ ਨੇ ਕਿਹਾ ਸੀ ਕਿ ਉਹਨਾਂ ਦਾ ਵਰਕ ਪਰਮਿਟ ਦਾ ਅਪਲਾਈ ਹੋ ਚੁੱਕਿਆ, ਵਰਕ ਪਰਮਿਟ ਉਹਨਾਂ ਨੂੰ ਮਿਲ ਚੁੱਕਿਆ। ਉਹ ਆਪਣੀ ਸਪਾਊਸ ਦਾ ਨਾਲ ਕਦੋਂ ਲਗਾ ਸਕਦੇ ਨੇ ਨਾਲ ਕੇਸ? ਕੀ ਉਹਨਾਂ ਨੂੰ ਕੈਨੇਡਾ ਪਹੁੰਚ ਕੇ ਲਗਾਉਣਾ ਪੈਣਾ ਜਾਂ ਉਹਨਾਂ ਨੂੰ ਸਿੰਗਾਪੁਰ ਤੋਂ ਹੀ ਲਗਾਉਣਾ ਪੈਣਾ? ਵੈਲ ਉਹ ਆਪਣਾ ਜਿਹੜਾ ਵਰਕ ਪਰਮਿਟ ਹੈਗੀ ਐਪਲੀਕੇਸ਼ਨ ਸਪਾਊਸ ਦੀ ਉੱਥੋਂ ਵੀ ਲਗਾ ਸਕਦੇ ਹੈਗੇ ਨੇ, ਬਟ ਮੈਂ ਸੁਜੈਸਟ ਕਰੂੰਗੀ ਬੈਟਰ ਹੈ ਜਦੋਂ ਇੱਕ ਵਾਰ ਉਹ ਕੈਨੇਡਾ ਐਂਟਰ ਕਰ ਜਾਣ ਤੇ ਉਹ ਆਪਣੇ ਨਾਲ ਪ੍ਰੂਫ ਦੇ ਦੇਣ ਕਿ ਮੈਂ ਇੱਥੇ ਹੁਣ ਕੰਮ ਕਰਨਾ ਸਟਾਰਟ ਕਰ ਦਿੱਤਾ ਤੇ ਫਿਰ ਆਪਣੀ ਵਾਈਫ ਦਾ ਓਪਨ ਵਰਕ ਪਰਮਿਟ ਐਪਲੀਕੇਸ਼ਨ ਲਗਾਉਣ। ਬਿਕਾਜ਼ ਜਿਵੇਂ ਕਿ ਰਿਕੁਆਇਰਮੈਂਟ ਨਹੀਂ ਹੈਗੀ, ਪੋਸਟ ਗ੍ਰੈਜੂਏਟ ਵਰਕ ਪਰਮਿਟ 'ਚ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ 3 ਪੇ ਸਟੱਬਸ ਦੇਣੇ ਨੇ, ਜੌਬ ਆਫਰ ਦੇਣੀ ਹੈ, ਫਿਰ ਤੁਹਾਡੀ ਐਪਲੀਕੇਸ਼ਨ ਅਪਰੂਵ ਹੁੰਦੀ ਹੈ। ਬਟ ਇਹਨਾਂ ਦਾ ਜਿਹੜਾ ਵਰਕ ਪਰਮਿਟ ਹੈਗਾ ਆਲਰੇਡੀ ਆਈ ਥਿੰਕ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਹੈਗਾ, ਇਹਨਾਂ ਨੂੰ ਰਿਕੁਆਇਰਮੈਂਟ ਨਹੀਂ ਹੈਗੀ। ਬਟ ਐਪਲੀਕੇਸ਼ਨ ਦੇ ਆਪਾਂ ਅਗਰ ਅਪਰੂਵਲ ਦੇ ਚਾਂਸਸ ਦੇਖੀਏ ਉਸ ਟਾਈਮ ਬੈਟਰ ਹੁੰਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਪ੍ਰੂਫ ਦਿੰਦੇ ਹੋ ਕਿ ਤੁਸੀਂ ਕੈਨੇਡਾ 'ਚ ਆ ਕੇ ਕੰਮ ਕਰਨਾ ਸਟਾਰਟ ਕਰ ਦਿੱਤਾ। ਸੋ ਮੇਰੀ ਸੁਜੈਸ਼ਨ ਹੈਗੀ ਕਿ ਇੱਕ ਵਾਰ ਜਦੋਂ ਕੈਨੇਡਾ 'ਚ ਆ ਕੇ ਕੰਮ ਕਰਨਾ ਸਟਾਰਟ ਕਰ ਦੇਣ ਫਿਰ ਆਪਣੀ ਸਪਾਊਸ ਦੀ ਐਪਲੀਕੇਸ਼ਨ ਨਾਲ ਲਗਾਉਣ। ਇੱਕ ਇਹਨਾਂ ਦਾ ਦੂਸਰਾ ਕੁਐਸਚਨ ਸੀ ਕਿ ਵਰਕ ਪਰਮਿਟ ਉਹਨਾਂ ਦਾ ਕਦੋਂ ਤੋਂ ਸਟਾਰਟ ਹੋਏਗਾ? ਜਦੋਂ ਤੋਂ ਉਹਨਾਂ ਨੂੰ ਇਸ਼ੂ ਹੋ ਗਿਆ ਉਸ ਡੇਟ ਤੋਂ, ਜਾਂ ਜਦੋਂ ਤੋਂ ਕੈਨੇਡਾ ਆ ਕੇ ਅਰਾਈਵ ਕਰਨਗੇ ਉਦੋਂ ਤੋਂ ਸਟਾਰਟ ਹੋਏਗਾ? ਜਦੋਂ ਤੋਂ ਕੈਨੇਡਾ ਆ ਜਾਣਗੇ, ਅਰਾਈਵ ਕਰਨਗੇ, ਉਹਨਾਂ ਨੂੰ ਪੋਰਟ ਆਫ ਐਂਟਰੀ ਤੋਂ ਉੱਥੇ ਵਰਕ ਪਰਮਿਟ ਮਿਲੇਗਾ ਤੇ ਉਸ ਟਾਈਮ ਤੋਂ ਉਹਨਾਂ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਸਟਾਰਟ ਹੋਗਾ। ਰਾਈਟ ਨਾਓ ਜਿਹੜਾ ਉਹਨਾਂ ਨੂੰ ਹੈਗਾ ਉਹਨਾਂ ਕੋਲ ਪਾਸਪੋਰਟ ਦੇ ਉੱਪਰ ਸਟੈਂਪ ਹੋਇਆ ਹੋਊਗਾ ਕਿ ਤੁਸੀਂ ਕੈਨੇਡਾ ਜਾ ਕੇ ਕੰਮ ਕਰ ਸਕਦੇ ਹੋ, ਐਲੀਜੀਬਲ ਹੈਗੇ ਹੋ। ਤੇ ਪੋਰਟ ਆਫ ਐਂਟਰੀ ਤੇ ਤੁਹਾਨੂੰ ਜਿਹੜਾ ਹੈਗਾ ਵਰਕ ਪਰਮਿਟ ਇਸ਼ੂ ਹੁੰਦਾ ਤੇ ਉਹਦੇ ਉੱਪਰ ਡੇਟ ਸਪੈਸੀਫਿਕ ਹੁੰਦੀ ਹੈ ਕਿ ਅੱਜ ਤੁਸੀਂ ਐਂਟਰ ਕੀਤੇ ਹੋ ਤੇ ਅੱਜ ਤੋਂ ਤੁਹਾਡਾ ਨੈਕਸਟ 2 ਸਾਲ ਦੇ ਲਈ ਵਰਕ ਪਰਮਿਟ ਤੁਸੀਂ ਕੰਮ ਕਰ ਸਕਦੇ ਹੋ। ਜੀ ਬਿਲਕੁਲ, ਤੇ ਅਸੀਂ ਵਾਪਸ ਆਪਣੇ ਨੈਨੀ ਕੇਅਰ ਪ੍ਰੋਗਰਾਮ ਦੇ ਉੱਤੇ ਆਈਏ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕੇਅਰ ਗਿਵਰਸ ਪ੍ਰੋਗਰਾਮ ਦੇ ਬਾਰੇ ਵਿੱਚ, ਉਹਦੇ ਬਾਰੇ ਵਿੱਚ ਤੁਸੀਂ ਦੱਸਿਆ ਸੀ ਕਿ ਸਪਾਊਸ ਨੂੰ ਵੀ ਜ਼ਰੂਰਤ ਨਹੀਂ ਹੈਗੀ ਤੇ ਉਹ ਸਿੱਧਾ ਆਪਣਾ ਅਪਲਾਈ ਕਰ ਸਕਦੇ ਨੇ। ਕੀ ਬੱਚਿਆਂ ਦੀ ਗੱਲ ਕੀਤੀ ਜਾਵੇ, ਬੱਚਿਆਂ ਦਾ ਕੁਝ ਹੈ ਕਿ 18 ਤੋਂ ਅੰਡਰ ਹੋਣੇ ਚਾਹੀਦੇ ਆ ਜਾਂ 18 ਤੋਂ ਪਲੱਸ ਹੋਣੇ ਚਾਹੀਦੇ ਆ, ਕੁਝ ਐਵੇਂ ਦਾ ਸਿਸਟਮ? ਹਾਂਜੀ ਬਿਲਕੁਲ ਉਹੀ ਚੀਜ਼ ਹੈਗੀ ਹੈ, ਜਿਵੇਂ ਕਿ ਉਹਨਾਂ ਦੇ 18 ਤੋਂ ਥੱਲੇ ਅਗਰ ਹੈਗੇ ਨੇ ਤਾਂ ਅੱਗੇ ਸਟੂਡੈਂਟ ਪਰਮਿਟ ਲਈ ਅਪਲਾਈ ਕਰ ਸਕਦੇ ਨੇ। ਲਾਈਕ ਐਜ਼ ਲੌਂਗ ਐਜ਼ ਤੁਸੀਂ ਇਹ ਪ੍ਰੂਫ ਕਰ ਸਕਦੇ ਹੋ, ਅਗਰ 22 ਇਅਰਸ ਤੱਕ ਦੇ ਹੈਗੇ ਨੇ ਤਾਂ ਤੁਸੀਂ ਇਹ ਪ੍ਰੂਫ ਕਰ ਸਕਦੇ ਹੋ ਤੁਹਾਡੇ ਤੇ ਬੱਚੇ ਫਾਈਨੈਂਸ਼ਲੀ ਡਿਪੈਂਡੈਂਟ ਹੈਗੇ ਨੇ ਤਾਂ ਉਹਨਾਂ ਦੀ ਐਜੂਕੇਸ਼ਨ ਕੰਟੀਨਿਊ ਚੱਲ ਰਹੀ ਆ, ਉਹ ਮੈਰਿਡ ਨਹੀਂ ਹੈਗੇ, ਤਾਂ ਤੁਸੀਂ ਉਹਨਾਂ ਨੂੰ ਇਸ ਐਪਲੀਕੇਸ਼ਨ ਦੇ ਅੰਡਰ ਕੰਸੀਡਰ ਕਰਵਾ ਸਕਦੇ ਹੋ ਡਿਪੈਂਡੈਂਟ ਚਾਈਲਡ ਦੇ ਅੰਡਰ। ਸੋ ਬਟ ਅਗਰ ਇੱਕ ਵਾਰ ਉਹ ਮੈਰਿਡ ਹੋ ਜਾਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਨਹੀਂ ਕੰਸੀਡਰ ਕਰਾ ਸਕਦੇ। ਬਟ ਹੁਣ ਜੇ ਤਾਂ ਆਪਾਂ ਹੁਣ 18 ਪਲੱਸ ਦੀ ਗੱਲ ਕਰੀਏ ਤਾਂ ਉੱਥੇ ਆਪਾਂ ਨੂੰ ਪ੍ਰਿੰਸੀਪਲ ਐਪਲੀਕੈਂਟ ਦੀ ਐਲੀਜੀਬਿਲਿਟੀ ਵੀ ਦੇਖਣੀ ਪਏਗੀ ਕਿ ਕੱਲ ਨੂੰ ਉਹ ਪਰਮਨੈਂਟ ਰੈਜ਼ੀਡੈਂਸੀ ਲੈ ਸਕਦੇ ਨੇ ਕਿ ਨਹੀਂ ਲੈ ਸਕਦੇ। ਸੋ ਮੋਸਟਲੀ ਜਿਹੜੇ ਕੇਸਿਸ ਹੋਣਗੇ ਉਹ ਲੈਸ ਦੈਨ 18 ਈਅਰ ਦੇ ਬੱਚਿਆਂ ਦੇ ਲਈ ਹੀ ਹੋਣਗੇ। ਬਿਲਕੁਲ ਜੀ, ਤੇ ਇੱਕ ਹੋਰ ਕੁਐਸਚਨ ਹੈ ਕਿ ਇਹ ਤਾਂ ਤੁਸੀਂ ਸਾਨੂੰ ਦੱਸਿਆ ਕਿ ਜਿਨ੍ਹਾਂ ਨੇ ਐਪਲੀਕੇਸ਼ਨ ਲਗਾਉਣੀ ਹੈ, ਮੇਨ ਐਪਲੀਕੈਂਟਸ ਦੀ ਕੀ ਰਿਕੁਆਇਰਮੈਂਟ ਹੈਗੀਆਂ ਨੇ ਤੇ ਨਾਲ ਆਪਣੇ ਸਪਾਊਸ ਜਾਂ ਬੱਚਿਆਂ ਦਾ ਕਿਵੇਂ ਕਰ ਸਕਦੇ ਨੇ। ਜਿਨ੍ਹਾਂ ਨੇ ਐਪਲੀਕੇਸ਼ਨ ਦੇ ਲਈ ਸਾਰਾ ਪ੍ਰੋਸੈਸ ਕਰਨਾ ਹੈ, ਜਿਵੇਂ ਕਿਸੇ ਨੇ ਸਪਾਂਸਰ ਕਰਨਾ ਕਿਸੇ ਨੂੰ, ਉਹਨਾਂ ਦੇ ਲਈ ਸਪਾਂਸਰਸ਼ਿਪ ਲਈ ਵੀ ਕੁਝ ਚੇਂਜਸ ਆਏ ਨੇ ਜਾਂ ਫਿਰ ਉਹਨਾਂ ਦੇ ਸੇਮ ਹੀ ਨੇ?
ਹਜੇ ਤੱਕ ਇਹ ਚੇਂਜਸ ਡਿਕਲੇਅਰਡ ਨਹੀਂ ਹੋਏ, ਜਿਵੇਂ ਕਿ ਆਪਾਂ ਕਹਿ ਕੇ ਇੱਕ ਪ੍ਰੋਗਰਾਮ ਕੱਲ ਲਾਂਚ ਹੋ ਰਿਹਾ ਆ, ਬਟ ਜਿਹੜੇ ਕਿ ਪ੍ਰੈਜ਼ੈਂਟ ਹੈਗੇ ਨੇ ਰੂਲਸ ਉਹਦੇ ਵਿੱਚ ਹੈਗਾ ਕਿ ਤੁਹਾਡੇ ਘਰ ਦੇ ਵਿੱਚ ਘੱਟੋ ਘੱਟ ਛੋਟੇ ਬੱਚੇ ਹੋਣੇ ਚਾਹੀਦੇ ਨੇ, ਤੁਸੀਂ ਇਨਕਮ ਕ੍ਰਾਈਟੇਰੀਆ ਮੀਟ ਕਰਦੇ ਹੋਣੇ ਚਾਹੀਦੇ ਹੋ, ਤਾਂ ਹੀ ਤੁਸੀਂ ਅੱਗੇ ਜੌਬ ਆਫਰ ਦੇ ਸਕਦੇ ਹੋ। ਸੋ ਹੋਪਫੁਲੀ ਸੇਮ ਹੀ ਰਹਿਣਗੇ, ਕਿਉਂਕਿ ਦੇਖੋ ਅਗਰ ਤੁਸੀਂ ਕਿਸੇ ਨੂੰ ਇੱਥੇ ਚਾਈਲਡ ਕੇਅਰ ਦੀ ਕੇਅਰ ਲਈ ਬੁਲਾ ਰਹੇ ਹੋ ਤਾਂ ਨੈਚੁਰਲੀ ਤੁਹਾਡੇ ਘਰ 'ਚ ਛੋਟੇ ਬੱਚੇ ਹੋਣ, ਪਲੱਸ ਤੁਹਾਡੇ ਕੋਲ ਐਟਲੀਸਟ ਇੰਨੀ ਇਨਕਮ ਹੋਵੇ ਜਾਂ ਤੁਹਾਡੇ ਬੈਂਕ ਸਟੇਟਮੈਂਟਸ ਇੰਨੇ ਸਟਰੋਂਗ ਇਨਫ ਹੋਣ ਕਿ ਤੁਸੀਂ ਉਹਨਾਂ ਦੀ ਅੱਗੇ ਜਿਹੜੀ ਸੈਲਰੀ ਹੈਗੀ ਉਹ ਜਸਟੀਫਾਈ ਕਰ ਸਕਦੇ ਹੋ। ਸੋ ਐਜ਼ ਲੌਂਗ ਐਜ਼ ਇੰਪਲੋਇਰ ਸਾਈਡ ਤੇ ਮੈਨੂੰ ਨਹੀਂ ਲੱਗਦਾ ਕੋਈ ਖਾਸ ਚੇਂਜਸ ਆਉਣਗੇ। ਮੇਜਰ ਚੇਂਜ ਆਲਰੇਡੀ ਆਈ ਚੁੱਕਿਆ ਕਿ ਜਿਹੜੀ ਕਿ LMI ਜਿਹੜੀ ਹੈਗੀ ਆ ਉਹ ਇਲੀਮੀਨੇਟ ਹੋ ਚੁੱਕੀ ਆ, ਸੋ ਉਹ ਬਿਗ ਚੇਂਜ ਹੈਗਾ ਆ। ਬਾਕੀ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਨੇ ਉਹ ਹੋਪਫੁਲੀ ਉਹ ਕੰਟੀਨਿਊ ਹੀ ਰਹਿਣਗੀਆਂ। ਤੇ ਇਹਦੇ ਵਿੱਚ ਜਿਵੇਂ ਕਿ ਆਪਾਂ ਇੰਟਰਮ ਪਾਥਵੇ ਦੀ ਗੱਲ ਕੀਤੀ ਸੀਗੀ, ਸੋ ਉਹ 4th ਆਫ ਜੂਨ ਨੂੰ ਕਲੋਜ਼ ਹੋ ਗਿਆ ਸੀਗਾ ਪ੍ਰੋਗਰਾਮ, ਰਾਈਟ। ਬਟ ਹੁਣ ਕਿਉਂਕਿ ਜਿਹੜਾ ਆਹ ਪ੍ਰੋਗਰਾਮ ਹੈਗਾ ਇਹ ਜਲਦੀ ਲਾਂਚ ਹੋ ਗਿਆ ਤੇ ਇਸ ਕਰਕੇ ਉਹਨਾਂ ਨੇ ਇੰਟਰਮ ਪਾਥਵੇ ਨੂੰ ਦੁਬਾਰਾ ਰੀਲਾਂਚ ਕਰਨਾ ਆ, ਉਹ ਹੋਏਗਾ 8th ਆਫ ਜੁਲਾਈ ਨੂੰ। ਸੋ ਜਿਹੜੇ ਆਲਰੇਡੀ ਇੱਥੇ ਕੇਅਰ ਗਿਵਰਸ ਹੈਗੇ ਨੇ ਤੇ ਜਿਨ੍ਹਾਂ ਦਾ ਐਕਸਪੀਰੀਅੰਸ ਹੁਣ 1 ਸਾਲ ਦਾ ਕੰਪਲੀਟ ਹੋ ਚੁੱਕਿਆ, ਉਹਨਾਂ ਕੋਲ ਇੱਕ ਦੁਬਾਰਾ ਆਪਸ਼ਨ ਹੈਗੀ ਆ ਫਿਰ ਤੋਂ ਆਪਣੀ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰਨ ਦੇ ਲਈ। ਉਹ 8th ਆਫ ਜੁਲਾਈ ਤੋਂ ਅਪਲਾਈ ਕਰ ਸਕਦੇ ਨੇ, ਤਾਂ ਉਹਨਾਂ ਨੂੰ ਅੱਗੇ 3 ਮਹੀਨਿਆਂ ਦਾ ਟਾਈਮ ਪੀਰੀਅਡ ਦਿੱਤਾ ਗਿਆ ਜਿਹਦੇ ਵਿੱਚ ਆਪਣੇ PR ਦੀ ਐਪਲੀਕੇਸ਼ਨ ਉਹ ਪਾ ਸਕਦੇ ਨੇ। ਜੀ ਬਿਲਕੁਲ ਬਬਲਦੀਪ ਜੀ, ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਇਸ ਮੁੱਦੇ ਤੇ ਹੋਰ ਜ਼ਿਆਦਾ ਗੱਲਬਾਤ ਕਰੀਏ, ਪਰ ਜਿਹੜੇ ਵੀ ਸਾਡੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕੋਈ ਜਾਣਕਾਰੀ ਲੈਣਾ ਚਾਹੁੰਦੇ ਨੇ, ਇੱਕ ਵਾਰ ਆਪਣਾ ਨੰਬਰ ਤੇ ਆਫਿਸ ਜ਼ਰੂਰ ਦੱਸ ਦਿਓ। ਸ਼ੋਰ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 6475456362 ਦੇ ਉੱਪਰ, ਤੇ ਮੇਰਾ ਆਫਿਸ ਐਡਰੈਸ ਹੈਗਾ ਯੂਨਿਟ 238 7025 ਟੌਮਕਨ ਰੋਡ ਮਿਸੀਸਾਗਾ ਦੇ ਵਿੱਚ। ਜੀ ਬਿਲਕੁਲ, ਤੇ ਜਾਣ ਤੋਂ ਪਹਿਲਾਂ ਮੇਰੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ? ਬਿਲਕੁਲ, ਮੈਂ ਕਹਿਣਾ ਚਾਹੂੰਗੀ ਜਿਵੇਂ ਕਿ ਨਵੀਂ ਚੇਂਜਸ ਆ ਰਹੀਆਂ ਨੇ ਤਾਂ ਬੈਟਰ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਵੀ ਅਪਡੇਟ ਰੱਖੋ ਤਾਂ ਕਿ ਤੁਹਾਨੂੰ ਕਲੀਅਰ ਹੋਵੇ ਕਿ ਤੁਸੀਂ ਅੱਗੇ ਕਿਹੜੇ ਪ੍ਰੋਗਰਾਮਸ ਦੇ ਅੰਡਰ ਅਪਲਾਈ ਕਰਨਾ ਹੈ। ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਆਈਡੀਆ ਨਹੀਂ ਹੁੰਦਾ, ਆਪਾਂ ਆਪਣੇ ਆਪ ਨੂੰ ਪੁਰਾਣੇ ਪ੍ਰੋਗਰਾਮ ਦੇ ਅੰਡਰ ਹੀ ਅਸੈਸ ਕਰ ਰਹੇ ਹੁੰਦੇ ਹਾਂ, ਬਟ ਜਦ ਕਿ ਨਵੇਂ ਪ੍ਰੋਗਰਾਮ ਅੰਡਰ ਤੁਸੀਂ ਐਲੀਜੀਬਲ ਹੁੰਦੇ ਹੋ। ਸੋ ਪਲੀਜ਼ ਆਪਣੇ ਆਪ ਨੂੰ ਅਪਡੇਟ ਕਰੋ ਵਿਦ ਨਿਊ ਇਮੀਗ੍ਰੇਸ਼ਨ ਰੂਲਸ ਨਾਲ। ਬਿਲਕੁਲ ਜੀ, ਤੇ ਨਵੇਂ ਇਮੀਗ੍ਰੇਸ਼ਨ ਰੂਲਸ ਦੇ ਬਾਰੇ ਜਾਣਕਾਰੀ ਲੈਣ ਲਈ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇਖਦੇ ਰਹੋ। ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜੋ ਵੀ ਨਵਾਂ ਇਮੀਗ੍ਰੇਸ਼ਨ ਸੰਬੰਧੀ ਨਵੀਂ ਅਪਡੇਸ਼ਨ ਆਈ ਹੈ ਨਾਲ ਦੀ ਨਾਲ ਤੁਹਾਨੂੰ ਵੀ ਜਾਣਕਾਰੀ ਦਿੰਦੇ ਰਹੀਏ। ਤੇ ਜੇਕਰ ਤੁਸੀਂ ਬਬਲਦੀਪ ਜੀ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਪ੍ਰੋਸੈਸ ਬਾਰੇ ਪੁੱਛਣਾ ਚਾਹੁੰਦੇ ਹੋ, ਤਾਂ ਇਹਨਾਂ ਦੇ ਨਾਮ ਦੇ ਨੀਚੇ ਇਹਨਾਂ ਦਾ ਨੰਬਰ ਲਿਖਿਆ ਹੋਇਆ, ਇਹਨਾਂ ਨੇ ਰਿਪੀਟ ਵੀ ਕੀਤਾ ਹੈ। ਸੋ ਫਿਲਹਾਲ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।